ਜਿਹੜੀ ਉਹਨਾਂ ਦੀ ਸ਼ਬਦਾਵਲੀ ਸੀ, ਮੈਨੂੰ ਲੱਗਦਾ ਰਵਨੀਤ ਬਿੱਟੂ ਨੂੰ ਬਿਨਾਂ ਸ਼ੱਕ ਕੀਤੇ ਮਾਫੀ ਮੰਗ ਲੈਣੀ ਚਾਹੀਦੀ ਹੈ। ਪੁਲਿਸ ਕਮਿਸ਼ਨਰ ਤੁਰੰਤ ਉਹਨੂੰ ਅਰੈਸਟ ਕੀਤਾ ਜਾਵੇ, ਐਸਸੀ ਐਕਟ ਲਾਇਆ ਜਾਵੇ। ਕਿਸੇ ਨੇ ਵੀ ਪਬਲਿਕਲੀ ਕੋਈ ਵੀ ਟਵੀਟ ਜਾਂ ਕੋਈ ਬਿਆਨ ਨਹੀਂ ਦਿੱਤਾ। ਅਕਾਲੀ ਬਸਪਾ ਦੇ ਗੱਠਜੋੜ ਤੋਂ ਸੋਨੀਆ ਗਾਂਧੀ ਵੀ ਚਿੰਤਤ ਹੈ, ਰਾਹੁਲ ਗਾਂਧੀ ਵੀ ਚਿੰਤਤ ਹੈ। 11 ਵਜੇ ਲੁਧਿਆਣੇ ਧਰਨੇ ਵਿੱਚ ਆਪਣੀ ਹਾਜ਼ਰੀ ਲਗਾਉਣ ਲਈ ਅਤੇ ਗਿਆਸਪੁਰਾ ਸਾਹਿਬ ਨੂੰ ਸਪੋਰਟ ਕਰਨ ਲਈ ਜਾ ਰਹੇ ਹਾਂ ਕਿ ਸ਼ਾਇਦ 20 ਤਰੀਕ ਦੀ ਜਿਹੜੀ ਮੀਟਿੰਗ ਹੈ ਉਹਨੂੰ ਮੁਲਤਵੀ ਕਰ ਦਿੱਤਾ ਜਾਵੇ, ਉਹਨੂੰ ਰੱਦ ਕਰ ਦਿੱਤਾ ਜਾਵੇ। ਸਤਿ ਸ਼੍ਰੀ ਅਕਾਲ, ਸਵਾਗਤ ਹੈ ਸਾਰੇ ਹੀ ਦਰਸ਼ਕਾਂ ਦਾ ਲਾਈਵ ਕਪੜ ਛਾਣ ਦਾ ਇੱਕ ਖਾਸ ਪ੍ਰੋਗਰਾਮ ਤੁਸੀਂ ਵੇਖ ਰਹੇ ਹੋ। ਸਾਡੇ ਨਾਲ ਮੌਜੂਦ ਨੇ ਚੰਡੀਗੜ੍ਹ ਸਟੂਡੀਓ ਤੋਂ ਸੀਨੀਅਰ ਪੱਤਰਕਾਰ ਸੁਰਿੰਦਰ ਡੱਲਾ ਜੀ। ਸਭ ਤੋਂ ਪਹਿਲਾਂ ਡੱਲਾ ਸਾਹਿਬ ਦਾ ਸਵਾਗਤ ਕਰਦੇ ਹਾਂ। ਫਿਰ ਕਈ ਸਿਆਸੀ ਮਸਲੇ ਨੇ ਜਿਨ੍ਹਾਂ ਦੇ ਉੱਤੇ ਗੱਲਬਾਤ ਅੱਜ ਦੇ ਪ੍ਰੋਗਰਾਮ ਦੇ ਵਿੱਚ ਬਹੁਤ ਅਹਿਮ ਰਹਿਣ ਵਾਲੀ ਹੈ। ਡੱਲਾ ਜੀ ਸਵਾਗਤ ਹੈ ਜੀ। ਬਹੁਤ ਬਹੁਤ ਧੰਨਵਾਦ ਗਗਨ ਜੀ, ਤੁਹਾਡਾ ਵੀ ਔਰ ਦੁਨੀਆ ਭਰ ਦੇ ਪੰਜਾਬੀਆਂ ਦਾ ਹੀ ਬਹੁਤ ਬਹੁਤ ਧੰਨਵਾਦ। ਅੱਜ ਦੇ ਪ੍ਰੋਗਰਾਮ ਦੇ ਵਿੱਚ ਜਿਹੜੀ ਚਰਚਾ ਹੈ ਉਹ ਖਾਸ ਤੌਰ ਤੇ ਉੱਤੇ ਰਹੇਗੀ ਕਿ ਕਾਂਗਰਸ ਦੇ ਵੱਲੋਂ ਜੋ 20 ਤਰੀਕ ਦੀ ਬੈਠਕ ਸੱਦੀ ਗਈ ਸੀ ਸੋਨੀਆ ਗਾਂਧੀ ਦੇ ਵੱਲੋਂ, ਉਸ 20 ਦੀ ਮੀਟਿੰਗ ਦੇ ਉੱਤੇ ਫਿਰ ਇੱਕ ਵਾਰ ਸਸਪੈਂਸ ਬਰਕਰਾਰ ਹੋ ਚੁੱਕਿਆ ਹੈ। ਕਈ ਵੱਡੇ ਸੰਕੇਤ ਮਿਲੇ ਨੇ ਕਿ ਹੋ ਸਕਦਾ ਹੈ ਉਹ ਮੀਟਿੰਗ ਨਾ ਹੋਵੇ ਤੇ ਉਸ ਤੋਂ ਪਹਿਲਾਂ ਹੀ ਕੋਈ ਵੱਡਾ ਐਲਾਨ ਕੀਤਾ ਜਾ ਸਕਦਾ ਮੀਟਿੰਗ ਤੋਂ ਬਿਨਾਂ। ਤੇ ਨਾਲ ਹੀ ਪੰਜਾਬ ਕੈਬਨਿਟ ਦੀ ਵੀ ਬੈਠਕ ਹੈ ਅੱਜ। ਉਸ ਕੈਬਨਿਟ ਦੀ ਬੈਠਕ ਦੇ ਵਿੱਚ ਕੀ ਕੁਝ ਹੋ ਸਕਦਾ ਹੈ, ਕਿ ਫੇਰ ਬਦਲ ਨੂੰ ਲੈ ਕੇ ਵੀ ਕੋਈ ਚਰਚਾਵਾਂ ਨੇ, ਉਸ ਦੇ ਉੱਤੇ ਵੀ ਗੱਲਬਾਤ ਪ੍ਰੋਗਰਾਮ ਦੇ ਵਿੱਚ ਕਰਾਂਗੇ। ਉਧਰ ਸੁਖਪਾਲ ਸਿੰਘ ਖਹਿਰਾ ਰਾਹੁਲ ਗਾਂਧੀ ਦੇ ਨਾਲ ਮੁਲਾਕਾਤ ਕਰਕੇ ਆਏ ਨੇ, ਕਿ ਕੁਝ ਉੱਥੇ ਕੀਤਾ ਸੁਖਪਾਲ ਸਿੰਘ ਖਹਿਰਾ ਨੇ, ਉਹ ਵੀ ਅੱਜ ਦੀ ਗੱਲਬਾਤ ਦੇ ਵਿੱਚ ਰੱਖਾਂਗੇ। ਰਵਨੀਤ ਬਿੱਟੂ ਲਗਾਤਾਰ ਵਿਵਾਦ ਦੇ ਵਿੱਚ ਹੀ, ਲਗਾਤਾਰ ਰਵਨੀਤ ਬਿੱਟੂ ਦੇ ਖਿਲਾਫ ਪੁਤਲੇ ਫੂਕ ਪ੍ਰਦਰਸ਼ਨ ਹੋ ਰਹੇ ਨੇ। ਅਕਾਲੀ ਦਲ ਦੇ ਵੱਲੋਂ ਕੇਸ ਦਰਜ ਕਰਨ ਦੀ ਮੰਗ ਹੋਈ ਹੈ, ਮੈਮੋਰੈਂਡਮ ਦਿੱਤੇ ਜਾ ਰਹੇ ਨੇ। ਇਹਨਾਂ ਸਾਰੇ ਮਸਲਿਆਂ ਦੇ ਉੱਤੇ ਗੱਲਬਾਤ ਅੱਜ ਦੇ ਪ੍ਰੋਗਰਾਮ ਦੇ ਵਿੱਚ ਰਹੇਗੀ। ਸਭ ਤੋਂ ਪਹਿਲਾਂ ਡੱਲਾ ਸਾਹਿਬ ਦਾ ਸਵਾਗਤ, ਫਿਰ ਸਵਾਲ ਹੈ ਡੱਲਾ ਸਾਹਿਬ। ਸਭ ਤੋਂ ਪਹਿਲਾਂ ਤਾਂ ਗੱਲ ਜਿਹੜੀ ਕਰਾਂਗੇ, ਜੋ ਕਾਂਗਰਸ ਦੇ ਵਿੱਚ ਸਸਪੈਂਸ ਹੁਣ 20 ਤਰੀਕ ਦੀ ਬੈਠਕ ਦਾ ਬਣ ਗਿਆ ਕਿ 20 ਤਰੀਕ ਨੂੰ ਬੈਠਕ ਹੋਣੀ ਆ ਜਾਂ ਨਹੀਂ ਹੋਣੀ। ਤੁਹਾਡੇ ਸੂਤਰਾਂ ਦੇ ਮੁਤਾਬਿਕ ਕੀ ਹੈ, ਬੈਠਕ ਹੋਏਗੀ ਜਾਂ ਨਹੀਂ ਹੋਏਗੀ? ਦੇਖੋ, 20 ਤਰੀਕ ਦੀ ਬੈਠਕ ਨੂੰ ਲੈ ਕੇ ਬਹੁਤ ਵੱਡਾ ਸਸਪੈਂਸ ਬਣਿਆ ਹੋਇਆ ਹੈ, ਕਿਉਂਕਿ ਮੀਟਿੰਗ ਦਰ ਮੀਟਿੰਗ ਚੱਲ ਰਹੀ ਹੈ ਦਿੱਲੀ ਦੇ ਵਿੱਚ। ਰਾਹੁਲ ਗਾਂਧੀ ਪਿਛਲੇ 3 ਦਿਨਾਂ 'ਚ 2-3 ਵਾਰ ਜਿਹੜੀ 3 ਮੈਂਬਰੀ ਕਮੇਟੀ ਸੀ ਉਹਦੇ ਨਾਲ ਮੀਟਿੰਗ ਕਰ ਚੁੱਕੇ ਨੇ। ਮੰਨਿਆ ਇਹ ਜਾ ਰਿਹਾ ਹੈ ਕਿ ਰਾਹੁਲ ਗਾਂਧੀ ਜਦੋਂ ਮੀਟਿੰਗ ਕਰਦੇ ਨੇ ਗਗਨ, ਤੇ ਉਹ ਸਾਰੀਆਂ ਸਥਿਤੀਆਂ ਨੂੰ ਇੱਕ ਵਾਰੀ ਬਰੀਫ ਕਰਦੇ ਨੇ ਸੋਨੀਆ ਗਾਂਧੀ ਨੂੰ, ਔਰ ਪ੍ਰਿੰਕਾ ਗਾਂਧੀ ਦੇ ਨਾਲ ਵੀ ਸਾਰੀਆਂ ਸਥਿਤੀਆਂ ਨੂੰ ਵਿਚਾਰਿਆ ਜਾਂਦਾ ਹੈ, ਕਿਉਂਕਿ ਪ੍ਰਿੰਕਾ ਗਾਂਧੀ ਦਾ ਕਾਂਗਰਸ ਦੇ ਵਿੱਚ ਇਸ ਵਕਤ ਦਖਲ ਬਹੁਤ ਵੱਡਾ ਹੋ ਗਿਆ। ਅਹਿਮਦ ਪਟੇਲ ਹੁਣੀ ਜਦੋਂ ਤੋਂ ਦੁਨੀਆ ਤੋਂ ਗਏ ਨੇ, ਉਸ ਵਕਤ ਤੋਂ ਪ੍ਰਿੰਕਾ ਗਾਂਧੀ ਦਾ ਕਾਂਗਰਸ ਦੇ ਜਿਹੜੇ ਗੁੰਝਲਦਾਰ ਮਸਲੇ ਨੇ ਉਹਨਾਂ ਨੂੰ ਨਿਬੇੜਨ ਦੇ ਵਿੱਚ ਦਖਲ ਹੈ ਜਿਹੜਾ ਬਹੁਤ ਜ਼ਿਆਦਾ ਵੱਧ ਗਿਆ। ਸਾਨੂੰ ਸਾਰਿਆਂ ਨੂੰ ਪਤਾ ਹੈ ਰਾਜਸਥਾਨ ਦਾ ਮਸਲਾ ਸੀ, ਜਿਹੜਾ ਰਾਜਸਥਾਨ ਦਾ ਨੌਜਵਾਨ ਆਗੂ ਹੈ ਜਿਹਦੀ ਅਸ਼ੋਕ ਗਹਿਲੋਤ ਉਹਨਾਂ ਦੇ ਨਾਲ ਨਹੀਂ ਬਣ ਰਹੀ, ਸਚਿਨ ਪਾਇਲਟ ਦਾ ਮਸਲਾ ਵੀ ਪ੍ਰਿੰਕਾ ਗਾਂਧੀ ਦੇਖ ਰਹੇ ਨੇ ਔਰ ਉਹਨੂੰ ਨਿਬੇੜ ਵੀ ਰਹੇ ਨੇ। ਔਰ ਪੰਜਾਬ ਦੇ ਧੁਰੰਧਰ ਜਿਹੜੇ ਸਾਡੇ ਲੀਡਰ ਨੇ ਨਵਜੋਤ ਸਿੰਘ ਸਿੱਧੂ ਦਾ ਮਸਲਾ ਵੀ ਨਿੱਜੀ ਤੌਰ ਦੇ ਉੱਤੇ ਪ੍ਰਿੰਕਾ ਗਾਂਧੀ ਵਿਚਾਰ ਰਹੇ ਨੇ। ਹੁਣ ਪ੍ਰਿੰਕਾ ਗਾਂਧੀ ਕੋਲੇ ਵੱਡੀ ਜ਼ਿੰਮੇਵਾਰੀ ਹੈ ਜਿਹੜੀ ਉਹ ਨਵੇਂ ਸੰਗਠਨ ਤੋਂ ਬਾਅਦ, ਜਦੋਂ ਆਲ ਇੰਡੀਆ ਕਾਂਗਰਸ ਕਮੇਟੀ ਦੀਆਂ ਵੋਟਾਂ ਪੈਣੀਆਂ ਨੇ, ਹੋਰ ਮਿਲਣੀ ਹੈ। ਕਿਤੇ ਨਾ ਕਿਤੇ ਪ੍ਰਿੰਕਾ ਗਾਂਧੀ ਦਾ ਦਖਲ ਕਾਂਗਰਸ 'ਚ ਵਧੂਗਾ। ਔਰ ਜਿਸ ਤਰੀਕੇ ਦੀ ਭੂਮਿਕਾ ਨਿਭਾ ਰਹੇ ਸੀ ਅਹਿਮਦ ਪਟੇਲ, ਸਾਨੂੰ ਪਤਾ ਬਹੁਤ ਲੰਮਾ ਸਮਾਂ ਉਹ ਰਾਜਨੀਤਿਕ ਸਕੱਤਰ ਰਹੇ ਬੀਬੀ ਸੋਨੀਆ ਗਾਂਧੀ ਦੇ, ਔਰ ਉਹਨਾਂ ਦੇ ਦੁਨੀਆ ਤੋਂ ਜਾਣ ਤੋਂ ਬਾਅਦ ਪ੍ਰਿੰਕਾ ਗਾਂਧੀ ਇੱਕ ਤਰੀਕੇ ਨਾਲ ਅਣਐਲਾਨੇ ਤੌਰ ਦੇ ਉੱਤੇ, ਰਸਮੀ ਤੌਰ ਦੇ ਉੱਤੇ, ਅਣਐਲਾਨੇ ਤੌਰ ਦੇ ਉੱਤੇ ਰਾਜਨੀਤਿਕ ਸਕੱਤਰ ਸਲਾਹਕਾਰ ਦੀ ਭੂਮਿਕਾ ਵੀ ਸੋਨੀਆ ਗਾਂਧੀ ਲਈ ਅਦਾ ਕਰ ਰਹੇ ਨੇ। ਸੋ ਇਸ ਕਰਕੇ ਰਾਹੁਲ ਗਾਂਧੀ ਲਈ ਵੀ, ਸਿਰਫ ਸੋਨੀਆ ਗਾਂਧੀ ਲਈ ਨਹੀਂ, ਰਾਹੁਲ ਗਾਂਧੀ ਲਈ ਵੀ ਇੱਕ ਤਰੀਕੇ ਨਾਲ। ਔਰ ਇਸੇ ਕਰਕੇ ਰਾਹੁਲ ਗਾਂਧੀ ਵੀ ਇਸ ਤਰੀਕੇ ਦੇ ਸਾਰੇ ਮਾਮਲਿਆਂ ਦੇ ਵਿੱਚ ਸਲਾਹ ਲੈਂਦੇ ਨੇ ਪ੍ਰਿੰਕਾ ਗਾਂਧੀ ਦੀ, ਔਰ ਪ੍ਰਿੰਕਾ ਗਾਂਧੀ ਦਾ ਮੁਕੰਮਲ ਦਖਲ ਹੈ ਜਿਹੜਾ ਇਹਨਾਂ ਸਾਰੇ ਮਾਮਲਿਆਂ ਦੇ ਵਿੱਚ ਦੇਖਿਆ ਜਾ ਰਿਹਾ ਹੈ। ਔਰ 3 ਦਿਨਾਂ ਤੋਂ ਪਿਛਲੇ 3 ਵਾਰ ਕਮੇਟੀ ਦੀ ਬੈਠਕ ਹੋਈ ਹੈ। 20 ਤਰੀਕ ਦੀ ਜਿਹੜੀ ਮੀਟਿੰਗ ਹੈ, 20 ਤਰੀਕ ਦੀ ਮੀਟਿੰਗ ਨੂੰ ਲੈ ਕੇ ਬਹੁਤ ਇਸ ਤਰੀਕੇ ਦੀਆਂ ਪੁਖਤਾ ਖਬਰਾਂ ਜਿਹੜੀਆਂ ਆਈਆਂ ਨੇ, ਬਹੁਤ ਭਰੋਸੇਯੋਗ ਸੂਤਰਾਂ ਤੋਂ ਗਗਨ ਇਹ ਜਾਣਕਾਰੀ ਆਈ ਹੈ ਕਿ ਸ਼ਾਇਦ 20 ਤਰੀਕ ਦੀ ਜਿਹੜੀ ਮੀਟਿੰਗ ਹੈ ਉਹਨੂੰ ਮੁਲਤਵੀ ਕਰ ਦਿੱਤਾ ਜਾਵੇ, ਉਹਨੂੰ ਰੱਦ ਕਰ ਦਿੱਤਾ ਜਾਵੇ। ਉਹਦੇ ਬਾਰੇ ਆਫੀਸ਼ੀਅਲ ਜਾਣਕਾਰੀ ਤਾਂ ਪਹਿਲਾਂ ਹੀ ਨਹੀਂ ਸੀ ਦਿੱਤੀ ਗਈ ਕਿ ਕੋਈ ਮੀਟਿੰਗ ਰੱਖੀ ਗਈ ਹੈ, ਪਰ ਕਿਉਂਕਿ ਜਿਹੜੀ ਕਮੇਟੀ ਦੀ ਰਿਪੋਰਟ ਸੀ ਉਹ ਗੁਪਤ ਰਿਪੋਰਟ ਸੀ, ਉਹ ਗੁਪਤ ਰਿਪੋਰਟ ਵੀ ਸੂਤਰਾਂ ਦੇ ਹਵਾਲੇ ਨਾਲ ਛਣ ਕੇ ਬਾਹਰ ਆ ਰਹੀ ਸੀ, ਜਿਹਦੇ ਆંકੜੇ ਬਾਹਰ ਆ ਰਹੇ ਸੀ ਵੀ ਇਸ ਰਿਪੋਰਟ ਦੇ ਵਿੱਚ ਕੀ ਹੈ। ਹੁਣ ਮੰਨਿਆ ਇਹ ਜਾ ਰਿਹਾ ਗਗਨ, ਜਿਹੜੀ ਸਭ ਤੋਂ ਵੱਡੀ ਗੱਲ ਹੈ ਕਿ ਸੋਨੀਆ ਗਾਂਧੀ 20 ਜੂਨ ਤੋਂ ਬਾਅਦ
ਪੰਜਾਬ ਦੇ ਇਸ ਪੂਰੇ ਮਸਲੇ ਦਾ ਖੁਦ ਫੈਸਲਾ ਕਰ ਸਕਦੇ ਨੇ ਬਿਨਾਂ ਮੀਟਿੰਗ ਕੀਤੇ ਬੀਬੀ ਸੋਨੀਆ ਗਾਂਧੀ ਨਵੀਆਂ ਨਿਯੁਕਤੀਆਂ ਲਈ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਨੂੰ ਔਰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਨੂੰ ਸਿਫਾਰਿਸ਼ ਕਰ ਸਕਦੇ ਨੇ। ਹਾਂ, ਇਹ ਹੋ ਸਕਦਾ ਹੈ ਕਿ ਜਿਹੜੇ 3 ਮੈਂਬਰੀ ਕਮੇਟੀ ਦੇ ਆਗੂ ਨੇ ਉਹਨਾਂ ਦੇ ਵਿੱਚੋਂ ਕਿਸੇ ਨੂੰ ਦੂਤ ਬਣਾ ਕੇ ਭੇਜਿਆ ਜਾਵੇ ਜਾਂ ਇਕੱਲੇ ਕੈਪਟਨ ਅਮਰਿੰਦਰ ਸਿੰਘ ਨੂੰ ਹੀ ਦਿੱਲੀ ਸੱਦ ਲਿਆ ਜਾਵੇ, ਬਾਕੀ ਮੰਤਰੀਆਂ ਨੂੰ ਵਿਧਾਇਕਾਂ ਨੂੰ ਨਾ ਸੱਦਿਆ ਜਾਵੇ। ਇਹ ਸੰਭਾਵਨਾ ਬਰਕਰਾਰ ਹੈ ਔਰ ਇਹ ਵੀ ਗੱਲ ਲਗਭਗ ਤੈਅ ਹੈ ਕਿ ਬਹੁਤ ਵੱਡੇ ਫੇਰ ਬਦਲ ਦੀ ਜਿਹੜੀ ਯੋਜਨਾ ਉਹ ਬਣ ਰਹੀ ਹੈ। ਕਾਂਗਰਸ ਕੈਪਟਨ ਅਮਰਿੰਦਰ ਸਿੰਘ ਵੀ ਦੇਖੋ ਆਏ ਦਿਨ ਮੀਟਿੰਗਾਂ ਕਰ ਰਹੇ ਨੇ। ਜਿਵੇਂ ਤੁਸੀਂ ਕਹਿ ਰਹੇ ਸੀ, ਕੈਪਟਨ ਅਮਰਿੰਦਰ ਸਿੰਘ ਵੀ ਪਿਛਲੇ 3 ਦਿਨਾਂ ਤੋਂ ਉਹਨਾਂ ਦੇ ਜਿਹੜਾ ਸਿਸਵਾ ਦਾ ਫਾਰਮ ਹਾਊਸ ਹੈ ਔਰ ਜਿਹੜੀ ਸਰਕਾਰੀ ਰਿਹਾਇਸ਼ ਹੈ ਉੱਥੇ ਲਗਾਤਾਰ ਮੀਟਿੰਗਾਂ ਕਰ ਰਹੇ ਨੇ। ਬਹੁਤ ਸਾਰੇ ਵਿਧਾਇਕ ਨੇ ਕੈਪਟਨ ਅਮਰਿੰਦਰ ਨੂੰ ਮਿਲੇ ਨੇ ਪਿਛਲੇ ਦਿਨਾਂ 'ਚ। ਗਗਨ, ਮੈਂ ਤਾਂ ਕਹੂੰਗਾ ਲਗਭਗ ਸਾਰੇ ਵਿਧਾਇਕ ਕੈਪਟਨ ਅਮਰਿੰਦਰ ਨੂੰ ਮਿਲੇ ਔਰ ਕੱਲ 2 ਪੜਾਵਾਂ 'ਚ ਮੰਤਰੀ ਮਿਲੇ ਨੇ। ਕੱਲ ਪਹਿਲੇ ਪੜਾਅ ਦੇ ਵਿੱਚ ਵੀ ਮੰਤਰੀ ਮਿਲੇ ਨੇ, ਦੂਜੇ ਪੜਾਅ 'ਚ ਵੀ ਮੰਤਰੀ ਮਿਲੇ ਨੇ ਔਰ ਕੱਲ ਚਰਨਜੀਤ ਚੰਨੀ ਔਰ ਸੁਖਜਿੰਦਰ ਰੰਧਾਵਾ ਵੀ ਮੰਤਰੀਆਂ ਦੀ ਟੀਮ ਦੇ ਵਿੱਚ ਕੈਪਟਨ ਅਮਰਿੰਦਰ ਨੂੰ ਮਿਲੇ ਨੇ। ਔਰ ਮੈਨੂੰ ਇਹ ਲੱਗਦਾ ਵੀ ਕੈਪਟਨ ਅਮਰਿੰਦਰ ਦੀ ਰਣਨੀਤੀ ਇਹ ਹੈ ਕਿ ਜਿਵੇਂ ਦੇ ਉਹਨਾਂ ਤੇ ਇਲਜ਼ਾਮ ਲੱਗੇ ਸੀ ਵੀ ਕੈਪਟਨ ਅਮਰਿੰਦਰ ਮਿਲਦੇ ਨਹੀਂ, ਰੁੱਝੇ ਰਹਿੰਦੇ ਨੇ, ਉਹਨਾਂ ਦੇ ਅਫਸਰਾਂ ਦੇ ਨਾਲ ਹੀ ਸਾਨੂੰ ਮਿਲਣਾ ਪੈਂਦਾ ਹੈ, ਕੈਪਟਨ ਅਮਰਿੰਦਰ ਸਿੰਘ ਸ਼ਾਇਦ ਉਸ ਮਿੱਥ ਨੂੰ ਤੋੜਨਾ ਚਾਹੁੰਦੇ ਨੇ ਜਿੰਨੇ ਸਮੇਂ ਲਈ ਤੋੜਿਆ ਜਾਵੇ ਔਰ ਇਸੇ ਕਰਕੇ ਵਿਧਾਇਕਾਂ ਲਈ ਇਸ ਤਰ੍ਹਾਂ ਉਪਲਬਧ ਹੋ ਗਏ ਨੇ ਕੈਪਟਨ ਅਮਰਿੰਦਰ ਸਿੰਘ ਜਿਵੇਂ ਅਸੀਂ ਆਮ ਲੋਕ ਸਾਰਿਆਂ ਦੇ ਲਈ ਉਪਲਬਧ ਹੁੰਦੇ ਆ ਜੀ। ਸੋ ਅੱਜ ਕੱਲ ਜਿਹੋ ਜਿਹਾ ਮੌਸਮ ਹੈ ਪੋਲੀਟੀਕਲ, ਇਸ ਪੋਲੀਟੀਕਲ ਮੌਸਮ 'ਚ ਕੈਪਟਨ ਅਮਰਿੰਦਰ ਸਿੰਘ ਆਸਾਨੀ ਨਾਲ ਉਪਲਬਧ ਨੇ, ਮੰਤਰੀਆਂ ਨੂੰ ਮਿਲ ਰਹੇ ਨੇ, ਵਿਧਾਇਕਾਂ ਨੂੰ ਮਿਲ ਰਹੇ ਨੇ ਤਾਂ ਕਿ ਸੋਨੀਆ ਗਾਂਧੀ ਨੂੰ ਵੀ ਇਹ ਦਿਖਾਇਆ ਜਾ ਸਕੇ ਕਿ ਮੇਰੇ ਕੋਲੇ ਵਿਧਾਇਕਾਂ ਦਾ ਔਰ ਮੰਤਰੀਆਂ ਦਾ ਪੂਰਾ ਸਮਰਥਨ ਹੈ। ਦੂਜੇ ਪਾਸੇ ਅਗਰ 20 ਦੀ ਮੀਟਿੰਗ ਨਹੀਂ ਵੀ ਸੱਦੀ ਜਾਂਦੀ ਜਾਂ ਗੁਪਤ ਮੀਟਿੰਗ ਸੱਦੀ ਜਾਂਦੀ ਹੈ, ਕੈਪਟਨ ਅਮਰਿੰਦਰ ਨੂੰ ਜਾਂ ਨਵਜੋਤ ਸਿੰਘ ਸਿੱਧੂ ਨੂੰ ਸੱਦਿਆ ਜਾਂਦਾ ਹੈ, ਫਿਰ ਕੀ ਫਾਰਮੂਲਾ ਨਿਕਲੂਗਾ ਇਹ ਮੈਨੂੰ ਲੱਗਦਾ ਹੈ ਅਗਲੇ ਐਲਾਨ ਤੱਕ ਸਾਨੂੰ ਇੰਤਜ਼ਾਰ ਕਰਨਾ ਪਊਗਾ। ਪਰ ਮੋਟੀ ਗੱਲ ਕਾਂਗਰਸ 'ਚ ਤੈਅ ਹੋ ਚੁੱਕੀ ਹੈ ਕਿ ਕਾਂਗਰਸ ਦੇ ਵਿੱਚ ਫੇਰ ਬਦਲ ਹੋਣਾ ਹੈ, ਸਰਕਾਰ 'ਚ ਵੀ ਫੇਰ ਬਦਲ ਹੋਣਾ ਹੈ ਔਰ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ 'ਚ ਵੀ ਫੇਰ ਬਦਲ ਹੋਣਾ ਹੈ ਔਰ ਨਵਜੋਤ ਸਿੰਘ ਸਿੱਧੂ ਨੂੰ ਵੀ ਜ਼ਿੰਮੇਵਾਰੀ ਦੇਣੀ ਹੈ। ਮੈਂ ਬਹੁਤ ਸਮੇਂ ਦਾ ਕਹਿ ਰਿਹਾ, ਨਵਜੋਤ ਸਿੰਘ ਸਿੱਧੂ ਦੀ ਜਿਹੜੀ ਜ਼ਿੰਮੇਵਾਰੀ ਹੈ ਜਾਂ ਤਾਂ ਪ੍ਰਧਾਨਗੀ ਦੀ ਆਊਗੀ ਜਾਂ ਨਵਜੋਤ ਸਿੰਘ ਸਿੱਧੂ ਨੂੰ ਰਾਖਵਾਂ ਰੱਖ ਲਿਆ ਜਾਏਗਾ ਗਗਨ 2022 ਦੇ ਮੁੱਖ ਮੰਤਰੀ ਦੇ ਚਿਹਰੇ ਲਈ, ਕਿਉਂਕਿ 2022 ਦੇ ਮੁੱਖ ਮੰਤਰੀ ਦਾ ਚਿਹਰਾ ਪ੍ਰਿੰਕਾ ਗਾਂਧੀ ਔਰ ਰਾਹੁਲ ਗਾਂਧੀ ਨੇ ਤੈਅ ਕਰਨਾ ਹੈ। ਆਉਣ ਵਾਲੇ ਦਿਨਾਂ 'ਚ ਸੰਗਠਨ ਦੀਆਂ ਵੋਟਾਂ ਨੇ, ਆਲ ਇੰਡੀਆ ਕਾਂਗਰਸ ਕਮੇਟੀ ਦੀਆਂ ਵੋਟਾਂ ਨੇ। ਜਦੋਂ ਰਾਹੁਲ ਗਾਂਧੀ ਪ੍ਰਧਾਨ ਬਣ ਗਿਆ ਫਿਰ ਰਾਹੁਲ ਗਾਂਧੀ ਔਰ ਪ੍ਰਿੰਕਾ ਗਾਂਧੀ ਨੇ ਫੈਸਲੇ ਕਰਨੇ ਨੇ। ਹਾਲ ਦੀ ਘੜੀ ਸੋਨੀਆ ਗਾਂਧੀ ਕੋਈ ਲਾਂਭਾ ਨਹੀਂ ਲੈਣਾ ਚਾਹੁੰਦੇ ਕਿ ਸੋਨੀਆ ਗਾਂਧੀ ਦੇ ਹੁੰਦੇ ਕੈਪਟਨ ਅਮਰਿੰਦਰ ਸਿੰਘ ਨੂੰ ਅਹੁਦੇ ਤੋਂ ਬਰਤਰਫ ਕੀਤਾ ਜਾਵੇ, ਵੱਖਰਾ ਕੀਤਾ ਜਾਵੇ ਜਾਂ ਵਿਧਾਇਕ ਦਲ ਦੀ ਬੈਠਕ ਸੱਦ ਕੇ ਉਹਨਾਂ ਨੂੰ ਭਰੋਸਾ ਪ੍ਰਗਟ ਕਰਨ ਲਈ ਕਿਹਾ ਜਾਵੇ ਜਾਂ ਨਵਾਂ ਵਿਧਾਇਕ ਦਲ ਦਾ ਆਗੂ ਚੁਣਨ ਲਈ ਕਿਹਾ ਜਾਵੇ। ਸੋ ਹਾਲ ਦੀ ਘੜੀ ਸੋਨੀਆ ਗਾਂਧੀ ਉਹ ਲਾਂਭੇ ਵਾਲਾ ਕੰਮ ਨਹੀਂ ਕਰਨਗੇ ਕਿਉਂਕਿ ਕੈਪਟਨ ਅਮਰਿੰਦਰ ਦੀ ਦੋਸਤੀ ਸੀ ਰਾਜੀਵ ਗਾਂਧੀ ਨਾਲ, ਪੂਰੀ ਦੁਨੀਆ ਨੂੰ ਪਤਾ ਹੈ। ਪਰ ਜਦੋਂ ਰਾਹੁਲ ਗਾਂਧੀ ਪ੍ਰਧਾਨ ਬਣਨਗੇ ਅਗਲੇ ਕੁਝ ਮਹੀਨਿਆਂ 'ਚ ਚੋਣਾਂ ਹੋ ਸਕਦੀਆਂ ਨੇ ਆਲ ਇੰਡੀਆ ਕਾਂਗਰਸ ਕਮੇਟੀ ਦੀਆਂ, ਫਿਰ ਨਵੀਂ ਜਨਰੇਸ਼ਨ ਨੇ ਆਪਣੇ ਹਿਸਾਬ ਨਾਲ ਫੈਸਲੇ ਕਰਨੇ ਨੇ ਔਰ ਹੋ ਸਕਦਾ ਹੈ ਕਿ ਨਵਜੋਤ ਸਿੰਘ ਸਿੱਧੂ ਨੂੰ ਹਜੇ ਪ੍ਰਧਾਨ ਵੀ ਨਾ ਬਣਾਇਆ ਜਾਵੇ ਕਿਉਂਕਿ ਕੈਪਟਨ ਅਮਰਿੰਦਰ ਨਹੀਂ ਚਾਹੁੰਦੇ ਕਿ ਨਵਜੋਤ ਸਿੰਘ ਸਿੱਧੂ ਪ੍ਰਧਾਨ ਦੀ ਜ਼ਿੰਮੇਵਾਰੀ ਨਿਭਾਉਣ। ਕੈਪਟਨ ਚਾਹੁੰਦੇ ਨੇ ਕਿ ਗੈਰ ਸਿੱਖ ਚਿਹਰਾ ਪ੍ਰਧਾਨ ਆਵੇ ਔਰ ਇਸੇ ਗੱਲ ਦਾ ਹੀ ਸਭ ਤੋਂ ਵੱਡਾ ਰੇੜਕਾ ਕਾਂਗਰਸ 'ਚ ਹੈ। ਸਿੱਧੂ ਦੇ ਅਹੁਦੇ ਨੂੰ ਲੈ ਕੇ ਸਭ ਤੋਂ ਵੱਡਾ ਰੇੜਕਾ ਬਣਿਆ ਹੋਇਆ ਹੈ ਕਿਉਂਕਿ ਜੋ ਹਾਈ ਕਮਾਂਡ ਚਾਹੁੰਦੀ ਹੈ ਉਹ ਕੈਪਟਨ ਨਹੀਂ ਚਾਹੁੰਦੇ, ਜੋ ਕੈਪਟਨ ਚਾਹੁੰਦੇ ਨੇ ਉਹ ਹਾਈ ਕਮਾਂਡ ਨਹੀਂ ਚਾਹੁੰਦੀ। ਹਾਈ ਕਮਾਂਡ 'ਚ ਸੋਨੀਆ ਗਾਂਧੀ ਭਾਵੇਂ ਹਾਲ ਦੀ ਘੜੀ ਇੰਤਜ਼ਾਰ ਕਰ ਲੈਣ ਪਰ ਰਾਹੁਲ ਔਰ ਪ੍ਰਿੰਕਾ ਗਾਂਧੀ ਨੇ ਜਿਹੜੇ ਉਹ ਸਿੱਧੂ ਦੇ ਬਾਰੇ ਫੈਸਲਾ ਕਰਨਾ ਚਾਹੁੰਦੇ ਨੇ। ਸੋ ਸਿੱਧੂ ਦਾ ਫੈਸਲਾ ਹੁਣ ਹੁੰਦਾ ਹੈ ਜਾਂ ਰਾਹੁਲ ਗਾਂਧੀ ਦੇ ਪ੍ਰਧਾਨ ਬਣਨ ਤੋਂ ਬਾਅਦ ਹੁੰਦਾ ਹੈ, ਉਸ ਗੱਲ ਦੇ ਉੱਤੇ ਸਾਰਿਆਂ ਦੀ ਨਜ਼ਰ ਇਸ ਵਕਤ ਬਣੀ ਹੈ ਗਗਨ ਜੀ। ਤੇ ਡਾਕਟਰ ਸਾਹਿਬ ਲਗਾਤਾਰ ਚਰਚਾਵਾਂ ਇਹ ਵੀ ਨੇ, ਖਬਰਾਂ ਇਹ ਵੀ ਆ ਰਹੀਆਂ ਨੇ ਕਿ ਜਿਹੜੀ 3 ਮੈਂਬਰੀ ਕਮੇਟੀ ਆ ਉਹ ਵੀ ਸਿੱਧੂ ਦੇ ਉੱਤੇ ਫੈਸਲੇ ਨੂੰ ਲੈ ਕੇ ਆਪਸ ਦੇ ਵਿੱਚ ਉਹਨਾਂ ਦੇ ਜਿਹੜੇ ਗੱਲਾਂ ਬਾਤਾਂ ਨੇ ਉਹ ਰਲਦੀਆਂ ਨਹੀਂ ਆ ਰਹੀਆਂ। ਲਗਾਤਾਰ ਇਹ ਵੀ ਖਬਰਾਂ ਸਾਹਮਣੇ ਆਈਆਂ ਕਿ ਹੁਣ ਕਮੇਟੀ ਦੇ ਵਿੱਚ ਇੱਕ ਮੈਂਬਰ ਇਹ ਕਹਿ ਰਹੇ ਨੇ ਕਿ ਨਵਜੋਤ ਸਿੰਘ ਸਿੱਧੂ ਨੂੰ ਪੰਜਾਬ ਦੇ ਵਿੱਚ ਪ੍ਰਧਾਨ ਦੇ ਤੌਰ ਤੇ ਪੇਸ਼ ਕੀਤਾ ਜਾਣਾ ਚਾਹੀਦਾ ਹੈ ਤੇ ਦੂਜੇ ਪਾਸੇ ਇਸ ਚੀਜ਼ ਨੂੰ ਵੀ ਲੈ ਕੇ ਰੇੜਕਾ ਬਰਕਰਾਰ ਹੈ ਕਿ ਇਸ ਡਿਪਟੀ ਸੀਐਮ ਨੂੰ ਲੈ ਕੇ ਵੀ ਜਿਹੜਾ ਪੇਸ਼ ਕੀਤਾ ਜਾਵੇ। ਸੋ ਕਮੇਟੀ ਆਪਸ ਦੇ ਵਿੱਚ ਵੀ ਇਹ ਫੈਸਲਾ ਨਹੀਂ ਕਰ ਪਾ ਰਹੀ ਹੈ, ਜਿਹੀਆਂ ਖਬਰਾਂ ਸਾਹਮਣੇ ਆ ਰਹੀਆਂ ਨੇ। ਨਹੀਂ, ਬਿਲਕੁਲ ਕਮੇਟੀ ਦੇ ਵਿੱਚ ਵੀ ਆਪਣੇ ਆਪਣੇ ਵਿਊ ਪੁਆਇੰਟ ਨੇ, ਲੇਕਿਨ ਜਿਹੜਾ ਆਖਰੀ ਫੈਸਲਾ ਕਰਨਾ ਹੁੰਦਾ ਹੈ ਉਹ ਕਰਨਾ ਹੁੰਦਾ ਹੈ ਕਾਂਗਰਸ ਪ੍ਰੈਜ਼ੀਡੈਂਟ ਨੇ। ਹੁਣ ਕਾਂਗਰਸ ਦਾ ਕਨਸਟੀਟਿਊਸ਼ਨ ਕੀ ਕਹਿੰਦਾ ਹੈ, ਅਗਰ ਕਿਸੇ ਵੀ ਸੂਬੇ ਦੀ ਸਰਕਾਰ 'ਚ ਕੋਈ ਫੇਰ ਬਦਲ ਕਰਨਾ ਹੈ, ਕੋਈ ਸੰਗਠਨ 'ਚ ਵੱਡਾ ਫੇਰ ਬਦਲ ਕਰਨਾ ਹੈ, ਕੋਈ ਡਿਸਪਿਊਟ ਹੈ ਉਸ ਡਿਸਪਿਊਟ ਨੂੰ ਸੈਟਲ ਕਰਨਾ ਹੈ,
ਅਗਰ ਅਸਹਿਮਤੀ ਹੈ ਮੁੱਦਿਆਂ ਦੇ ਉੱਤੇ ਲੀਡਰਾਂ ਦੀ, ਉਹਨਾਂ ਮੁੱਦਿਆਂ ਨੂੰ ਸੈਟਲ ਕਰਨਾ ਹੈ, ਠੀਕ ਕਰਨਾ ਹੈ, ਤੇ ਫਿਰ 3 ਮੈਂਬਰੀ ਕਮੇਟੀ ਬਣਾਈ ਜਾਵੇ। ਇਹ ਕਨਸਟੀਟਿਊਸ਼ਨਲ ਪ੍ਰੋਵੀਜ਼ਨ ਹੈ ਕਾਂਗਰਸ ਦੇ ਕਨਸਟੀਟਿਊਸ਼ਨ ਦੇ ਵਿੱਚ, ਕਾਂਗਰਸ ਦੇ ਸੰਵਿਧਾਨ 'ਚ ਪ੍ਰੋਵੀਜ਼ਨ ਹੈ। ਇਸੇ ਕਰਕੇ 3 ਮੈਂਬਰੀ ਕਮੇਟੀ ਬਣਾਈ ਗਈ। ਹੁਣ 3 ਮੈਂਬਰੀ ਕਮੇਟੀ ਦਾ ਇੰਡੀਵਿਜੂਅਲ ਵਿਊ ਜੋ ਮਰਜ਼ੀ ਹੋਵੇ, ਜਿਹੜੀ ਰਿਪੋਰਟ ਇਹਨਾਂ ਨੇ ਸਮੂਹਿਕ ਤੌਰ ਤੇ ਦੇਤੀ, ਉਹ ਕਮੇਟੀ ਦਾ ਜਿਹੜਾ ਵਿਊ ਹੈ ਉਹ ਅੰਡਰ ਕੰਸੀਡਰੇਸ਼ਨ ਰਹਿਣਾ ਹੈ ਪ੍ਰਧਾਨ ਦੇ। ਹੁਣ ਉਹ ਸੋਨੀਆ ਗਾਂਧੀ ਨੇ ਕਮੇਟੀ ਦਾ ਜਿਹੜਾ ਮੋਟਾ ਵਿਊ ਪੁਆਇੰਟ ਆਇਆ, ਉਹਦੇ ਆਧਾਰ ਤੇ ਸੋਨੀਆ ਗਾਂਧੀ ਨੇ ਫੈਸਲਾ ਲੈਣਾ ਹੈ। ਸੋਨੀਆ ਗਾਂਧੀ ਪਾਬੰਦ ਨਹੀਂ ਹੈ ਕਿ ਕਮੇਟੀ ਦੀਆਂ ਸਿਫਾਰਿਸ਼ਾਂ ਮੰਨਣੀਆਂ ਨੇ। ਕਮੇਟੀ ਦੀਆਂ ਸਿਫਾਰਿਸ਼ਾਂ ਇੱਕ ਤਰੀਕੇ ਨਾਲ ਰਿਪੋਰਟ ਹੈ ਕਿ ਪੰਜਾਬ 'ਚ ਕੀ ਵਾਪਰ ਰਿਹਾ ਹੈ, ਸਿੱਧੂ ਤੇ ਕੈਪਟਨ 'ਚ ਕੀ ਰੌਲਾ ਹੈ, ਕੈਪਟਨ ਅਮਰਿੰਦਰ ਤੋਂ ਵਿਧਾਇਕ ਕਿਉਂ ਨਾਰਾਜ਼ ਨੇ, ਕਿੰਨੇ ਵਾਅਦੇ ਪੂਰੇ ਹੋ ਗਏ, ਕਿੰਨੇ ਵਾਅਦੇ ਪੂਰੇ ਨਹੀਂ ਹੋਏ, ਸਰਕਾਰ ਦੀ ਕਾਰਗੁਜ਼ਾਰੀ ਤੋਂ ਵਿਧਾਇਕ ਕਿਉਂ ਨਾਰਾਜ਼ ਨੇ, ਅਫਸਰ ਵਿਧਾਇਕਾਂ ਦੀ ਕਿਉਂ ਨਹੀਂ ਸੁਣਦੇ, ਐਮਐਲਏਆਂ ਨੂੰ ਮੁੱਖ ਮੰਤਰੀ ਕਿਉਂ ਨਹੀਂ ਮਿਲਦੇ। ਇਹ ਸਾਰੇ ਕਾਰਨ ਨੇ ਜਿਹੜੇ ਕਮੇਟੀ ਨੇ ਆਪਣੀ ਰਿਪੋਰਟ 'ਚ ਦਿੱਤੇ ਨੇ। ਉਸ ਰਿਪੋਰਟ ਦੇ ਆਧਾਰ ਤੇ ਸੋਨੀਆ ਗਾਂਧੀ ਨੇ ਫੈਸਲਾ ਕਰਨਾ ਵੀ ਹੁਣ ਮੈਂ ਕੀ ਫੈਸਲਾ ਕਰਾਂ। ਜੀ ਤੇ ਡਾਲਾ ਸਾਹਿਬ ਉਧਰ ਸੰਕੇਤ ਇਸ ਗੱਲ ਨੂੰ ਲੈ ਕੇ ਵੇਰਕਾ ਵੀ ਦੇ ਗਏ। ਰਾਜਕੁਮਾਰ ਵੇਰਕਾ ਪੱਤਰਕਾਰਾਂ ਦੇ ਨਾਲ ਗੱਲਬਾਤ ਕਰ ਰਹੇ ਸੀ ਜਦੋਂ ਕੈਪਟਨ ਅਮਰਿੰਦਰ ਸਿੰਘ ਨਾਲ ਮੁਲਾਕਾਤ ਕਰਕੇ ਬਾਹਰ ਨਿਕਲੇ ਨੇ। ਉਹ ਕਹਿੰਦੇ ਕਿ ਨਵਜੋਤ ਸਿੰਘ ਸਿੱਧੂ ਦਾ ਕੋਈ ਗੱਲਬਾਤ ਨਾ ਕਰਨਾ ਜਾਂ ਸਾਡਾ ਕਿਸੇ ਵੀ ਮਸਲੇ ਦੇ ਉੱਤੇ ਨਾ ਬੋਲਣਾ ਜਾਂ ਨਵਜੋਤ ਸਿੰਘ ਸਿੱਧੂ ਦੇ ਟਵੀਟਾਂ ਦਾ ਨਾ ਆਉਣਾ, ਇਸ ਦੇ ਪਿੱਛੇ ਗੱਲ ਇਹ ਹੈ ਕਿ ਸਾਨੂੰ ਹਾਈਕਮਾਨ ਦੇ ਵੱਲੋਂ ਇੰਸਟਰਕਸ਼ਨ ਨੇ ਕਿ ਅਸੀਂ ਕਿਸੇ ਦੇ ਵੀ ਇੱਕ ਦੂਜੇ ਦੇ ਖਿਲਾਫ ਕੁਝ ਨਹੀਂ ਬੋਲਣਾ ਤੇ ਹਾਈਕਮਾਨ ਜਲਦ ਕੋਈ ਫੈਸਲਾ ਕਰਨ ਜਾ ਰਹੀ ਹੈ। ਉਹਨਾਂ ਦਾ ਕਹਿਣਾ ਸੀ ਕਿ 1-2 ਦਿਨ ਦੇ ਵਿੱਚ ਵੀ ਕੋਈ ਅਜਿਹੇ ਸੰਕੇਤ ਹੋ ਸਕਦੇ ਨੇ। ਸੋ ਕੀ ਲੱਗਦਾ ਹੈ ਕਿ ਕਿਤੇ ਨਾ ਕਿਤੇ ਸਾਰੇ ਵਿਧਾਇਕਾਂ ਤੇ ਮੰਤਰੀਆਂ ਨੂੰ ਇਸ ਗੱਲ ਦੇ ਸੰਕੇਤ ਹਾਈਕਮਾਨ ਦੇ ਵੱਲੋਂ ਆ ਚੁੱਕੇ ਨੇ ਕਿ ਅਸੀਂ ਪੰਜਾਬ ਦੇ ਵਿੱਚ ਕੋਈ ਵੱਡਾ ਐਕਸ਼ਨ ਕਰਨ ਜਾ ਰਹੇ ਹਾਂ? ਨਹੀਂ ਦੇਖੋ, ਜਦੋਂ ਕਮੇਟੀ ਅੱਗੇ ਪੇਸ਼ ਹੋ ਗਏ ਵਿਧਾਇਕ, ਮੰਤਰੀ, ਮੁੱਖ ਮੰਤਰੀ ਨਵਜੋਤ ਸਿੰਘ ਸਿੱਧੂ, ਪ੍ਰਤਾਪ ਬਾਜਵਾ, ਸ਼ਮਸ਼ੇਰ ਦੁੱਲੋਂ, ਪ੍ਰਗਟ ਸਿੰਘ ਔਰ ਰਾਹੁਲ ਗਾਂਧੀ ਕਮੇਟੀ ਦੇ ਮੈਂਬਰਾਂ ਨਾਲ ਪੰਜਾਬ ਦੇ ਮਸਲਿਆਂ 'ਚ ਮੀਟਿੰਗਾਂ ਕਰ ਰਹੇ ਨੇ, ਸੋਨੀਆ ਗਾਂਧੀ ਨੂੰ ਬਰੀਫ ਕਰ ਰਹੇ ਨੇ, ਸੋਨੀਆ ਗਾਂਧੀ ਅੱਗੇ ਮੀਟਿੰਗ ਕਰਨ ਜਾ ਰਹੇ ਨੇ, ਜਾਂ ਸੋਨੀਆ ਗਾਂਧੀ ਮੀਟਿੰਗ ਨਹੀਂ ਵੀ ਕਰਦੇ, ਉਹ ਫੈਸਲਾ ਕਰ ਸਕਦੇ ਨੇ, ਤੇ ਸੁਭਾਵਿਕ ਹੈ ਕਿ ਕਾਂਗਰਸ 'ਚ ਫੈਸਲਾ ਆਊਗਾ। ਗਗਨ ਅਗਰ ਹੁਣ ਫੈਸਲਾ ਨਾ ਆਇਆ ਤਾਂ ਫਿਰ ਕਦੋਂ ਫੈਸਲਾ ਆਊਗਾ? ਦੇਖੋ, ਅਕਾਲੀ ਦਲ ਔਰ ਬਸਪਾ ਨੇ ਗੱਠਜੋੜ ਕਰ ਲਿਆ। ਅਕਾਲੀ ਬਸਪਾ ਦੇ ਗੱਠਜੋੜ ਤੋਂ ਸੋਨੀਆ ਗਾਂਧੀ ਵੀ ਚਿੰਤਤ ਹੈ, ਰਾਹੁਲ ਗਾਂਧੀ ਵੀ ਚਿੰਤਤ ਹੈ, ਕਿਉਂਕਿ ਬਸਪਾ ਔਰ ਅਕਾਲੀ ਦਲ ਦਾ ਗੱਠਜੋੜ ਕੋਈ ਮੰਨੇ ਜਾਂ ਨਾ ਮੰਨੇ, ਭਾਵੇਂ ਬਹੁਤ ਸਾਰੇ ਲੋਕਾਂ ਨੂੰ ਅਕਾਲੀ ਨਹੀਂ ਪਸੰਦ, ਬਹੁਤ ਸਾਰੇ ਲੋਕ ਭਾਵੇਂ ਅਕਾਲੀਆਂ ਦਾ ਵਿਰੋਧ ਕਰ ਰਹੇ ਨੇ, ਬਹੁਤ ਸਾਰਿਆਂ 'ਚ ਘੱਟ ਵੀ ਹੋ ਸਕਦੇ, ਵੱਧ ਵੀ ਹੋ ਸਕਦੇ, ਮਤਲਬ ਕਈ, ਪਰ ਅਕਾਲੀ ਦਲ ਔਰ ਬਸਪਾ ਦਾ ਜਿਹੜਾ ਗਠਬੰਧਨ ਹੈ ਗਗਨ, ਉਹ ਪੰਜਾਬ ਦੇ ਵਿੱਚ ਜ਼ਮੀਨੀ ਨਤੀਜੇ ਪੇਸ਼ ਕਰੂਗਾ ਔਰ ਸਿੱਧੇ ਕਾਂਗਰਸ ਨੂੰ ਨੁਕਸਾਨ ਹੋਣਾ ਇਸ ਗੱਠਜੋੜ ਦਾ। ਆ ਉੱਤੋਂ ਜਿਹੜਾ ਰਵਨੀਤ ਬਿੱਟੂ ਨੇ ਨਵਾਂ ਪੰਗਾ ਪਾਤਾ, ਸਿਆਸੀ ਤੌਰ ਦੇ ਉੱਤੇ ਪੰਗਾ ਪਾਇਆ, ਉਹਦੇ ਨਾਲ ਹੋਰ ਨੁਕਸਾਨ ਕਾਂਗਰਸ ਨੂੰ ਹੋਣਾ। ਮੈਂ ਚਾਹੂੰਗਾ ਕਿ ਅੱਗੇ ਵਧਣ ਤੋਂ ਪਹਿਲਾਂ ਤੁਸੀਂ ਰਾਜਕੁਮਾਰ ਵੇਰਕਾ ਉਹਨਾਂ ਦੀ ਗੱਲ ਵੀ ਸੁਣਾ ਦਿਓ ਇਸ ਪੂਰੇ ਮਸਲੇ ਤੇ, ਹਰੀਸ਼ ਰਾਵਤ ਦੀ ਵੀ ਥੋੜੀ ਜਿਹੀ ਗੱਲ ਸੁਣਾ ਦਿਓ, ਜਿਹੜੇ ਕਹਿ ਰਹੇ ਨੇ ਕਿ ਜਿਹੜੀ ਮੀਟਿੰਗ ਹੈ ਅਗਰ ਲੋੜ ਪਈ ਤਾਂ ਅਸੀਂ ਮੁੱਖ ਮੰਤਰੀ ਨਾਲ ਵੀ ਕਿਸੇ ਸਮੇਂ ਵੀ ਬੈਠਕ ਹੈ ਜਿਹੜੀ ਉਹ ਕਰ ਸਕਦੇ। ਹੁਣ ਤੁਸੀਂ ਦੇਖਿਆ ਕਿ ਜਦੋਂ ਦਾ ਕਮੇਟੀ ਨਾਲ ਮੀਟਿੰਗ ਹੋਈ ਹੈ, ਚਾਹੇ ਨਵਜੋਤ ਸਿੰਘ ਸਿੱਧੂ ਹੈ ਚਾਹੇ ਕੋਈ ਹੋਰ, ਕਿਸੇ ਨੇ ਵੀ ਪਬਲਿਕਲੀ ਕੋਈ ਵੀ ਟਵੀਟ ਜਾਂ ਕੋਈ ਬਿਆਨ ਨਹੀਂ ਦਿੱਤਾ, ਕਿਉਂਕਿ ਅਸੀਂ ਸਾਰੇ ਹੀ ਕਾਂਗਰਸ ਹਾਈਕਮਾਨ ਦਾ ਆਦੇਸ਼ ਮੰਨਣ ਵਾਲੇ ਲੋਕ ਹਾਂ। ਕਾਂਗਰਸ ਹਾਈਕਮਾਨ ਨੇ ਆਦੇਸ਼ ਜਾਰੀ ਕਰ ਦਿੱਤਾ ਕਿ ਹੁਣ ਅਗਲਾ ਆਦੇਸ਼ ਕਾਂਗਰਸ ਹਾਈਕਮਾਨ ਜਾਰੀ ਕਰੇਗੀ और जो आदेश कांग्रेस हाईकमान जारी करेगी वो छोटा हो या बड़ा सब नु मनना पड़ेगा। क्या सोनिया गांधी इस पूरे मामले पर नज़र बनाए रखे है? हाँ, ये फैक्ट है कि वो पूरे मामले पर नज़र बनाए हुए और उनका पर्सनल इंटरेस्ट भी है, वो अपने तरीके से सब चीज़ों की जानकारी भी ले रही है। लेकिन सर, जो 20 तारीख को कहा जा रहा है कि कैप्टन अमरिंदर सिंह और नवजोत सिंह सिद्धू दिल्ली आ रहे हैं, क्या इस बात में कितनी सच्चाई है? क्या बैठक होगी या? देखिए, हम उनसे मिल सकते हैं लेकिन अभी ऐसा कोई प्लान है नहीं। जी बिल्कुल। सो जी गलबात है तुसीं हरीश रावत हुणां दी भी सुनी है ते राजकुमार वेरका, सो इन्हां दोहां दे संकेत वक्खो वक्खरे ने। 20 दी मीटिंग ते फिलहाल सस्पेंस जिहड़ा साडे वल्लों भी बरकरार है। ते डल्ला साहब उधर गल रवनीत बिट्टू दी जिस तरह तुसीं करके गए सी कि रवनीत बिट्टू दे उत्ते भी काफी वड्डा क्लेश हुण पंजाब दे विच है। लगातार किते पुतले फूक प्रदर्शन हो रहे ने पंजाब दे विच, हुण तां आम आदमी पार्टी भी पुतला फूक प्रदर्शन कर रही है। उधर अकाली दल के वल्लों केस दर्ज करने की मांग की गई है। दलजीत सिंह चीमा दे नाल एक वड्डा वफद मिल के गया है ते एक मैमोरेंडम उन्होंने दिता लुधियाने के डिप्टी कमिश्नर नूं। की लगता है रवनीत बिट्टू का मसला हुण कित्थे तक वाधा नजर आ रहा है? देखो, रवनीत बिट्टू के मसले ते सानू ये देखना पैना है कि जिहड़ी रवनीत बिट्टू ने वीडियो पाई सी उस तो बाद उन्होंने फिर एक वीडियो पा के अपनी गल साफ करनी चाहिए, पर इस दे बावजूद भी जिहड़ा विरोध है अकाली दल का भी और बसपा का जारी है। बसपा के जिहड़े प्रधान ने जसपीर सिंह गढ़ी, उन्होंने स्पष्ट कहता कि ये साडे उत्ते जिहड़े इल्जाम लगे ने बहुत गंभीर ने ते असीं कार्रवाई मंगदे हां। विजय सांपला दे कमिशन तक पहुंच हुई, उथों
ਜਿਹੜੀ ਹੈ ਉੱਥੇ ਸ਼ਿਕਾਇਤ ਹੋਈ, ਉੱਥੋਂ ਵੀ ਕਹਿੰਦੇ ਬੁਲਾਵਾ ਆ ਸਕਦਾ ਹੈ। ਔਰ ਇਹਦੇ ਇਲਾਵਾ 22 ਤਰੀਕ ਨੂੰ ਸਾਨੂੰ ਸਾਰਿਆਂ ਨੂੰ ਪਤਾ ਹੈ ਅਨੁਸੂਚਿਤ ਜਾਤੀ ਕਮਿਸ਼ਨ ਹੈ ਜਿਹੜਾ ਪੰਜਾਬ ਦਾ, ਉਹਨਾਂ ਨੇ ਰਵਨੀਤ ਬਿੱਟੂ ਨੂੰ ਸੱਦ ਲਿਆ ਕਿ ਤੁਸੀਂ 22 ਤਰੀਕ ਨੂੰ ਪੇਸ਼ ਹੋਵੋ, ਅਸੀਂ ਤੁਹਾਡੀ ਗੱਲ ਜਿਹੜੀ ਹੈ ਸੁਣਨਾ ਚਾਹੁੰਦੇ ਹਾਂ। ਔਰ ਇਸ ਤੋਂ ਇਲਾਵਾ ਗਗਨ ਬੜੀ ਅਹਿਮ ਗੱਲ ਇਹ ਹੈ ਕਿ ਲਗਾਤਾਰ ਕਈ ਦਿਨਾਂ ਤੋਂ ਪੰਜਾਬ 'ਚ ਪ੍ਰੋਟੈਸਟ ਹੋ ਰਹੇ ਨੇ ਰਵਨੀਤ ਬਿੱਟੂ ਦੇ ਖਿਲਾਫ। ਬੀਜੇਪੀ ਦੇ ਲੀਡਰ ਪ੍ਰੋਟੈਸਟ ਕਰ ਰਹੇ ਨੇ, ਕੱਲ ਬੀਜੇਪੀ ਦੇ ਲੀਡਰਾਂ ਨੇ ਪ੍ਰੋਟੈਸਟ ਕੀਤਾ, ਅਕਾਲੀ ਦਲ ਦੇ ਲੀਡਰਾਂ ਨੇ ਪ੍ਰੋਟੈਸਟ ਕੀਤਾ ਵੱਖ-ਵੱਖ ਜ਼ਿਲ੍ਹਿਆਂ 'ਚ, ਬਸਪਾ ਵੱਖ-ਵੱਖ ਜ਼ਿਲ੍ਹਿਆਂ 'ਚ ਪੁਤਲੇ ਫੂਕ ਪ੍ਰੋਟੈਸਟ ਕਰ ਰਹੀ ਹੈ। ਔਰ ਕੱਲ ਸਨਅਤੀ ਕੇਂਦਰ ਲੁਧਿਆਣਾ ਦੇ ਵਿੱਚ ਵੀ ਪ੍ਰੋਟੈਸਟ ਕੀਤਾ ਅਕਾਲੀ ਦਲ ਦੇ ਜਿਹੜੇ ਵੱਡੇ ਲੀਡਰ ਨੇ ਦਲਜੀਤ ਚੀਮਾ, ਉਹਨਾਂ ਦੀ ਅਗਵਾਈ 'ਚ। ਔਰ ਇਹਨਾਂ ਨੇ ਮੰਗ ਪੱਤਰ ਦਿੱਤਾ ਹੈ ਲੁਧਿਆਣੇ ਦੇ ਪੁਲਿਸ ਕਮਿਸ਼ਨਰ ਨੂੰ, ਔਰ ਮੰਗ ਕੀਤੀ ਹੈ ਕਿ SC ST ਐਕਟ ਦੇ ਨਾਲ ਨਾਲ ਕ੍ਰਿਮੀਨਲ ਜਿਹੜੀਆਂ ਧਾਰਾਵਾਂ ਨੇ ਉਹ ਵੀ ਨਾਲ ਲਾਈਆਂ ਜਾਣ। ਸੋ ਅਕਾਲੀ ਦਲ ਇੱਕ ਤਰੀਕੇ ਨਾਲ, ਅਕਾਲੀ ਦਲ ਔਰ ਬਸਪਾ ਦੋਨਾਂ ਦੇ ਹੱਥ ਇੱਕ ਨਵਾਂ ਮੁੱਦਾ ਲੱਗ ਗਿਆ, ਦਲਜੀਤ ਬਿੱਟੂ ਦੀ ਸ਼ਬਦਾਵਲੀ। ਜਿਹੜੀ ਉਹਨਾਂ ਦੀ ਸ਼ਬਦਾਵਲੀ ਸੀ, ਮੈਨੂੰ ਲੱਗਦਾ ਰਵਨੀਤ ਬਿੱਟੂ ਨੂੰ ਬਿਨਾਂ ਸ਼ੱਕ ਕੀਤੇ ਮਾਫੀ ਮੰਗ ਲੈਣੀ ਚਾਹੀਦੀ ਹੈ। ਭਾਵੇਂ ਰਵਨੀਤ ਬਿੱਟੂ ਬਾਰ-ਬਾਰ ਕਹਿ ਰਹੇ ਨੇ ਕਿ ਮੇਰੀ ਗੱਲ ਦਾ ਗਲਤ ਮਤਲਬ ਕੱਢਿਆ ਗਿਆ, ਅਗਰ ਗਲਤ ਮਤਲਬ ਨਿਕਲ ਗਿਆ ਤਾਂ ਵੀ ਵੱਡਾ ਆਪਣੇ ਆਪ ਨੂੰ ਇੱਕ ਵੱਡਾ ਲੀਡਰ ਦਿਖਾਉਂਦੇ ਹੋਏ ਅਗਰ ਕੋਈ ਗੱਲ ਗਲਤੀ ਨਾਲ ਨਿਕਲ ਜੇ, ਜ਼ੁਬਾਨ ਚੋਂ ਨਿਕਲ ਜੇ, ਜਾਂ ਅਗਰ ਕੋਈ ਦੂਸਰਾ ਵਿਅਕਤੀ ਤੁਹਾਡੀ ਗੱਲ ਨੂੰ ਨਹੀਂ ਸਮਝ ਰਿਹਾ ਤਾਂ ਵੀ ਤੁਸੀਂ ਮਾਫੀ ਮੰਗ ਲਓ ਤੇ ਤੁਸੀਂ ਛੋਟੇ ਨਹੀਂ ਹੋਣਾ। ਹੁਣ ਸਾਡੀ ਗੱਲ ਅਗਰ ਕਿਸੇ ਨੂੰ ਬੁਰੀ ਲੱਗੇ ਤੇ ਮੈਂ ਜ਼ਰੂਰ ਉਹਦੀ ਮਾਫੀ ਮੰਗੂਗਾ, ਇਹਦੇ 'ਚ ਕੋਈ ਬੁਰਾਈ ਵਾਲੀ ਗੱਲ ਨਹੀਂ, ਕੋਈ ਛੋਟਾ ਨਹੀਂ ਹੁੰਦਾ। ਹੁਣ ਗੱਲ ਕੀ ਹੈ, ਕਈ ਵਾਰੀ ਸਾਡੇ ਪੋਲੀਟੀਕਲ ਲੀਡਰ ਸਟੈਂਡ ਲੈ ਜਾਂਦੇ ਨੇ ਲੋਕਾਂ ਦੇ ਮੁੱਦੇ ਤੇ, ਲੋਕਾਂ ਦੇ ਹੱਕ 'ਚ ਸਟੈਂਡ ਲੈਣਾ ਚੰਗਾ ਹੈ। ਜਦੋਂ ਕਾਫੀ ਗਿਣਤੀ 'ਚ ਲੋਕ ਤੁਹਾਡੀ ਕਿਸੇ ਗੱਲ ਤੋਂ ਅਸਹਿਮਤ ਨੇ ਫਿਰ ਸਟੈਂਡ ਨਹੀਂ ਲੈਣਾ ਚਾਹੀਦਾ। ਉਂਝ ਰਵਨੀਤ ਬਿੱਟੂ ਕਾਬਲ ਨੇ, MP ਨੇ, ਤੀਜੀ ਵਾਰ ਦੇ MP ਨੇ, ਸਿਆਣੇ ਉਹਨਾਂ ਦੇ ਸਲਾਹਕਾਰ ਹੋਣਗੇ, ਵਕੀਲ ਦੋਸਤ ਹੋਣਗੇ, ਉਹਨਾਂ ਨਾਲ ਸਲਾਹ ਮਸ਼ਵਰਾ ਕਰ ਸਕਦੇ ਨੇ। ਸਿਆਸਤ ਦੇ ਵਿੱਚ ਗਗਨ ਦੇਖੋ ਦੋ ਚੀਜ਼ਾਂ ਨੇ, ਪਰਸੈਪਸ਼ਨ ਬਣ ਜਾਂਦੀ ਹੈ ਕਈ ਵਾਰੀ। ਹੁਣ ਇਹ ਪਰਸੈਪਸ਼ਨ ਬਣ ਗਈ ਕਿ ਬਾਦਲ ਤੇ ਕੈਪਟਨ ਮਿਲੇ ਹੋਏ ਨੇ, ਇਹ ਧਾਰਨਾ ਬਣਾਤੀ ਪੋਲੀਟੀਕਲ ਲੋਕਾਂ ਨੇ ਬਿਆਨ ਦੇ ਕੇ। ਹੁਣ ਇਹ ਰੱਬ ਜਾਣਦਾ ਕਿ ਉਹ ਮਿਲੇ ਹੋਏ ਨੇ ਜਾਂ ਨਹੀਂ ਮਿਲੇ ਹੋਏ, ਪਰ ਇਲਜ਼ਾਮਾਂ 'ਚ ਆ ਗਿਆ। ਆਪ ਵਾਲੇ ਵੀ ਇਲਜ਼ਾਮ ਲਾਉਂਦੇ ਨੇ, ਬੀਜੇਪੀ ਵਾਲੇ ਵੀ ਇਲਜ਼ਾਮ ਲਾਉਂਦੇ ਨੇ ਵੀ ਕੈਪਟਨ ਤੇ ਅਕਾਲੀ ਮਿਲੇ ਹੋਏ ਨੇ। ਹੁਣ ਆਪਣੀ ਸਫਾਈ ਨਾ ਕਾਂਗਰਸ ਤੋਂ ਦਿੱਤੀ ਜਾ ਰਹੀ ਹੈ ਨਾ ਅਕਾਲੀ ਦਲ ਤੋਂ ਦਿੱਤੀ ਜਾ ਰਹੀ ਹੈ, ਔਰ ਦੋਨਾਂ ਲੀਡਰਾਂ ਨੂੰ ਨੁਕਸਾਨ ਹੁੰਦਾ ਹੈ। ਹੁਣ ਜਾਂ ਤਾਂ ਦੋਨੇ ਸਵੀਕਾਰ ਕਰ ਲੈਣ ਵੀ ਹਾਂ ਸਾਡੇ ਰਿਸ਼ਤੇ ਨੇ, ਜਾਂ ਦੋਨੇ ਸਬੂਤ ਦੇ ਦੇਣ ਵੀ ਸਾਡਾ ਆਪਸ 'ਚ ਕੋਈ ਸਾਂਝ ਨਹੀਂ, ਪੋਲੀਟੀਕਲ ਸਾਂਝ, ਸਮਾਜਿਕ ਸਾਂਝ ਤਾਂ ਸਾਡਾ ਤਾਣਾ ਬਾਣਾ ਹੈ। ਹੁਣ ਐ ਤਾਂ ਜਸਬੀਰ ਡਿੰਪਾ ਉਹਨਾਂ ਦੇ ਪਰਿਵਾਰ 'ਚ ਸੋਗ ਸੀ ਤੇ ਸੁਖਬੀਰ ਬਾਦਲ ਉੱਥੇ ਪਹੁੰਚ ਗਿਆ ਤੇ ਸਾਰੇ ਲੀਡਰ ਦੁੱਖ ਸੁੱਖ 'ਚ ਇੱਕ ਦੂਜੇ ਦੇ ਘਰਾਂ 'ਚ ਜਾਂਦੇ ਨੇ, ਉਹ ਗੱਲ ਠੀਕ ਹੈ, ਸਮਝ ਆਉਂਦੀ ਹੈ। ਹੁਣ ਜਿਹੜੀ ਗੱਲ ਰਵਨੀਤ ਬਿੱਟੂ ਦੀ ਕਰ ਰਹੇ ਸੀ, ਦਲਜੀਤ ਸਿੰਘ ਚੀਮਾ ਉਹਨਾਂ ਨੇ ਵੀ ਮੰਗ ਪੱਤਰ ਦਿੱਤਾ। ਹੁਣ ਇਹਦਾ ਨੁਕਸਾਨ ਕਾਂਗਰਸ ਨੂੰ ਹੈ। ਜਿਹੜੀ ਦਿੱਲੀ 'ਚ ਮੀਟਿੰਗਾਂ ਹੋ ਰਹੀਆਂ ਨੇ ਕਮੇਟੀ ਮੈਂਬਰਾਂ ਨਾਲ ਰਾਹੁਲ ਗਾਂਧੀ ਦੀਆਂ ਗਗਨ, ਉਹਦੇ ਵਿੱਚ ਵੀ ਇਹ ਗੱਲ ਉੱਠ ਕੇ ਆਈ ਹੈ ਕਿ ਰਵਨੀਤ ਬਿੱਟੂ ਦੇ ਇਹਨਾਂ ਬਿਆਨਾਂ ਕਰਕੇ ਸਾਡਾ ਨੁਕਸਾਨ ਹੋ ਰਿਹਾ ਕਿਤੇ ਨਾ ਕਿਤੇ, ਔਰ ਇਹ ਮਸਲੇ ਨੂੰ ਕਿਵੇਂ ਨਿਬੇੜਿਆ ਜਾਵੇ ਇਹਦੇ ਤੇ ਵੀ ਰਣਨੀਤੀ ਬਣ ਰਹੀ ਹੈ। ਕਿਉਂਕਿ ਬਸਪਾ ਦਾ ਵੋਟ ਬੈਂਕ ਬਹੁਤ ਜ਼ਿਆਦਾ ਹੈ, 1992 ਤੋਂ 1996 ਤੱਕ 16% ਦਾ ਵੋਟ ਬੈਂਕ ਸੀ, ਭਾਵੇਂ ਉਸ ਤੋਂ ਬਾਅਦ 5, 5.5 ਕਿਸੇ ਸਮੇਂ ਘਟਿਆ ਵੀ, ਪਰ ਜਿਹੜਾ ਇੱਕ ਵਾਰੀ ਵੋਟ ਬੈਂਕ ਬਣ ਜਾਂਦਾ ਹੈ ਇਹਦਾ ਮਤਲਬ ਹੈ ਬਸਪਾ ਦੇ ਉਹ ਸਾਰੇ ਵਲੰਟੀਅਰ, ਵਰਕਰ, ਲੀਡਰ, ਸਮਰਥਕ ਉਹ ਬਸਪਾ ਨੂੰ ਦੁਬਾਰਾ ਵੀ ਵੋਟ ਪਾ ਸਕਦੇ ਨੇ ਅਗਰ ਉਹਨਾਂ ਨੂੰ ਲੱਗੇ ਕਿ ਬਸਪਾ ਦੀ ਤਾਕਤ ਹੋ ਜੂਗੀ, ਅਸੀਂ ਸੱਤਾ 'ਚ ਆ ਜਾਵਾਂਗੇ। ਇਸ ਕਰਕੇ ਬਸਪਾ ਨੂੰ ਅੱਖੋਂ ਪਰੋਖੇ ਨਹੀਂ ਕੀਤਾ ਜਾ ਸਕਦਾ। ਬਸਪਾ ਇੱਕ ਕੌਮੀ ਪਾਰਟੀ ਹੈ, ਕਿਸੇ ਵੀ ਪਾਰਟੀ ਨੂੰ ਅੱਖੋਂ ਪਰੋਖੇ ਨਹੀਂ ਕੀਤਾ ਜਾ ਸਕਦਾ। ਵੋਟ ਸ਼ੇਅਰ ਹੈ ਜਿਹੜਾ ਕਈ ਵਾਰੀ ਅਚਾਨਕ ਬਦਲਦਾ ਹੈ। ਪਿਛਲੀਆਂ ਪਾਰਲੀਮੈਂਟ ਦੀਆਂ ਚੋਣਾਂ 'ਚ ਜਿਹੜੀਆਂ 2017 ਦੀਆਂ ਪਾਰਲੀਮੈਂਟ ਦੀਆਂ ਚੋਣਾਂ ਸੀ ਗਗਨ, ਉਹਦੇ ਵਿੱਚ ਵੀ 3.5% ਦੇ ਕਰੀਬ ਬਸਪਾ ਦਾ ਵੋਟ ਬੈਂਕ ਆਇਆ, ਕਿਉਂਕਿ ਇਹ ਲੱਗਦਾ ਸੀ ਵੀ ਅਗਰ ਗਠਬੰਧਨ ਦੀ ਸਰਕਾਰ ਬਣੀ ਤੇ ਬਸਪਾ ਦੀ ਭੂਮਿਕਾ ਹੋਏਗੀ ਦੇਸ਼ ਦੀ ਸਰਕਾਰ। ਇਸ ਕਰਕੇ ਕਾਂਗਰਸ ਬਸਪਾ ਦੇ ਵਿਰੋਧ ਨੂੰ ਸਮਝ ਰਹੀ ਹੈ, ਔਰ ਰਵਨੀਤ ਬਿੱਟੂ ਤੋਂ ਇਲਾਵਾ ਪੰਜਾਬ ਦੇ ਬਹੁਤ ਸਾਰੇ ਜਿਹੜੇ ਲੀਡਰ ਨੇ ਉਹ ਇਹ ਕਹਿ ਚੁੱਕੇ ਨੇ ਕਿ ਇਹ ਰਵਨੀਤ ਬਿੱਟੂ ਦਾ ਨਿੱਜੀ ਬਿਆਨ ਹੈ, ਉਹਨਾਂ ਨੇ ਪਾਰਟੀ ਦੇ ਨਾਲ ਇਹਨੂੰ ਨਹੀਂ ਜੋੜਿਆ। ਇੱਕ ਵਾਰੀ ਗੱਲ ਵੀ ਸੁਣ ਲਓ, ਜਿਹੜੇ ਮੰਗ ਕਰ ਰਹੇ ਨੇ, ਮੰਗ ਪੱਤਰ ਦੇ ਕੇ ਆਏ ਨੇ ਅਕਾਲੀ ਦਲ ਦੇ ਲੀਡਰ, ਔਰ ਰਵਨੀਤ ਸਿੰਘ ਬਿੱਟੂ ਆਪਣਾ ਕੋਈ ਪੱਖ ਰੱਖਣਾ ਚਾਹੁਣ, ਕੋਈ ਆਪਣੀ ਗੱਲ ਕਹਿਣੀ ਚਾਹੁਣ, ਕੋਈ ਆਪਣੀ ਵੀਡੀਓ ਸਾਡੇ ਇਸ ਪ੍ਰੋਗਰਾਮ ਦੇ ਵਿੱਚ ਦਿਖਾਉਣਾ ਚਾਹੁਣ, ਉਹਨਾਂ ਦੇ ਪੱਖ ਦਾ ਖੁੱਲਾ ਸਵਾਗਤ ਹੈ। ਸਾਡਾ ਕਿਸੇ ਨਾਲ ਮਤਭੇਦ ਨਹੀਂ ਹੈ, ਹਰ ਕਿਸੇ ਦਾ ਜਿਹੜਾ ਵਿਊ ਪੁਆਇੰਟ ਹੈ ਸਾਡੇ ਪ੍ਰੋਗਰਾਮ ਦੇ ਵਿੱਚ ਉਹਨੂੰ ਖੁੱਲਾ ਸੱਦਾ ਹੈ। ਡਾਕਟਰ ਦਲਜੀਤ ਸਿੰਘ ਚੀਮਾ ਦੀ ਗੱਲ ਵੀ ਇੱਕ ਵਾਰੀ ਸੁਣਾ ਦਿਓ। ਜਿਹੜਾ 5 MP ਰਿਹਾ ਇਹ ਗੱਲ ਕਹੀ ਹੈ ਤੇ ਜਾਣ ਬੁੱਝ ਕੇ ਆਪਣੀ ਹੈਂਕੜਬਾਜ਼ੀ ਨਾਲ ਤੇ ਜਿਹੜੀ ਹੈ ਦਲਿਤ ਸਮਾਜ ਨੂੰ ਤੇ ਸਿੱਖਾਂ ਦੀਆਂ ਭਾਵਨਾਵਾਂ ਨੂੰ ਹਾਰਟ ਕਰਨ ਵਾਸਤੇ ਕਹੀ।
ਉਹਨੂੰ ਚਮਕੌਰ ਸਾਹਿਬ ਦਾ ਵੀ ਇਤਿਹਾਸ ਨਹੀਂ ਪਤਾ ਜਿੱਥੇ ਕਲਗੀ ਬਖਸ਼ੀ ਸੀ ਮਹਾਰਾਜ ਨੇ ਇਹਨਾਂ ਵੀਰਾਂ ਨੂੰ। ਇਸ ਕਰਕੇ ਅਸੀਂ ਮੰਗ ਕੀਤੀ ਹੈ ਕਿ ਇੱਕ ਤਾਂ 295 ਦਾ ਕੇਸ ਦਰਜ ਕੀਤਾ ਜਾਵੇ ਭਾਵਨਾਵਾਂ ਹਰਟ ਕਰਨ ਦਾ, ਦੂਜਾ ਡੈਫੇਮੇਸ਼ਨ ਹੈ ਬਹੁਤ ਵੱਡੀ, ਜਿਸ ਤਰ੍ਹਾਂ ਦੇ ਉਹਦੇ ਐਲੀਗੇਸ਼ਨਾਂ ਹੋਰ ਪੋਲੀਟੀਕਲ ਲਾਈਆਂ, ਔਰ ਸਾਰੀ ਸਾਡੀ ਲੀਡਰਸ਼ਿਪ ਨੇ ਇੱਕ ਜ਼ਬਾਨ ਦੇ ਵਿੱਚ ਮੰਗ ਕੀਤੀ ਹੈ ਕਿ ਕਿਉਂਕਿ ਕੇਸ ਇੰਨਾ ਗੰਭੀਰ ਹੈ ਕਿ ਇਹਦੇ 'ਚ ਕੋਈ ਜਾਂਚ ਦੀ ਲੋੜ ਨਹੀਂ, ਪਹਿਲਾਂ FIR ਦਰਜ ਕੀਤੀ ਜਾਵੇ, ਪੁਲਿਸ ਕਮਿਸ਼ਨਰ ਤੁਰੰਤ ਉਹਨੂੰ ਅਰੈਸਟ ਕੀਤਾ ਜਾਵੇ, SC ਐਕਟ ਲਾਇਆ ਜਾਵੇ ਔਰ ਭਾਵਨਾਵਾਂ ਹਰਟ ਕਰਨ ਦਾ ਸਾਰਾ ਜਿਹੜਾ ਕ੍ਰਿਮੀਨਲ ਕੇਸ ਉੱਤੇ ਦਰਜ ਕਰਕੇ ਤੁਰੰਤ ਉਹਨੂੰ ਗ੍ਰਿਫਤਾਰ ਕਰਕੇ ਅੰਦਰ ਕੀਤਾ ਜਾਵੇ। ਕਿਉਂਕਿ ਇਹਨਾਂ ਕੇਸਾਂ ਦੇ ਵਿੱਚ ਅਕਸਰ ਹੁੰਦਾ ਕਿ ਕਿਉਂਕਿ ਸਰਕਾਰ ਨੂੰ ਉਹਨੇ ਖੁਸ਼ ਕੀਤਾ, ਸੋਨੀਆ ਗਾਂਧੀ ਨੂੰ ਖੁਸ਼ ਕੀਤਾ, ਸਰਕਾਰ ਕਾਂਗਰਸ ਦੀ ਆ, ਇਸ ਕਰਕੇ ਟਾਲ ਮਟੋਲ ਨਾ ਕੀਤੀ ਜਾਵੇ ਕਿ ਇਹਨੂੰ ਰੱਖ ਕੇ ਪੈਂਡਿੰਗ ਕਰਕੇ ਤੇ ਉਹਨੂੰ ਸਮਾਂ ਦਿੱਤਾ ਜਾਵੇ। ਜੀ ਬਿਲਕੁਲ। ਸੋ ਰਵਨੀਤ ਬਿੱਟੂ ਦਾ ਮਸਲਾ ਲਗਾਤਾਰ ਭਖਦਾ ਜਾ ਰਿਹਾ। ਇਸ ਮਸਲੇ ਦੇ ਵਿੱਚ ਹੁਣ 22 ਤਰੀਕ ਨੂੰ ਜਿਹੜਾ ਸੱਦਿਆ ਵੀ ਗਿਆ ਰਵਨੀਤ ਬਿੱਟੂ ਨੂੰ, ਉੱਥੇ ਵੇਖੋ ਕੀ ਕੁਝ ਹੁੰਦਾ ਹੈ। ਤੇ ਡਾਲਾ ਸਾਹਿਬ ਉੱਧਰ ਕਹਿੰਦੇ ਜਿਹੜੀ ਇੱਕ ਪਾਰਟੀ ਪੰਜਾਬੀ ਏਕਤਾ ਦੇ ਨਾਮ ਤੋਂ ਬਣਾਈ ਗਈ ਸੀ, ਉਹ ਪਾਰਟੀ ਕਹਿੰਦੇ ਹੁਣ ਕਾਂਗਰਸ ਦੇ ਵਿੱਚ ਸ਼ਾਮਲ ਹੋ ਗਈ, ਉਹਨੂੰ ਸਾਦਾ ਲੀਡਰ ਉਸ ਕਾਂਗਰਸ ਦੇ ਵਿੱਚ ਮਿਲਾ ਦਿੱਤਾ ਗਿਆ ਹੈ। ਖਾਸ ਤੌਰ ਤੇ ਉੱਤੇ ਸੁਖਪਾਲ ਸਿੰਘ ਖਹਿਰਾ ਜਾ ਕੇ ਮੁਲਾਕਾਤ ਕਰਕੇ ਆਏ ਨੇ 2 MLA ਦੇ ਨਾਲ ਰਾਹੁਲ ਗਾਂਧੀ ਕੋਲ ਜਾ ਕੇ। ਕੀ ਲੱਗਦਾ ਹੁਣ ਕਿਹੜੀ ਰਣਨੀਤੀ ਦੇ ਵਿੱਚ ਸੁਖਪਾਲ ਸਿੰਘ ਖਹਿਰਾ, ਕਿਉਂਕਿ ਆਪਣੀ ਪਾਰਟੀ ਦਾ ਢਾਂਚਾ ਸਾਰਾ ਉਹਨਾਂ ਨੇ ਇੱਕ ਤਰੀਕੇ ਦੇ ਨਾਲ ਦੇਤਾ ਕਾਂਗਰਸ ਨੂੰ? ਦੇਖੋ, ਸੁਖਪਾਲ ਖਹਿਰਾ ਚੁੱਪ ਚਪੀਤੇ ਕੈਪਟਨ ਅਮਰਿੰਦਰ ਨੂੰ ਮਿਲੇ ਸੀ ਜਿੱਦਣ ਦਿੱਲੀ ਜਾਣਾ ਸੀ ਕੈਪਟਨ ਅਮਰਿੰਦਰ ਨੇ, ਔਰ ਉਦੋਂ ਪ੍ਰੈਸ ਨੋਟ ਆ ਗਿਆ ਵੀ ਸੁਖਪਾਲ ਖਹਿਰਾ ਤੇ 2 ਹੋਰ MLA ਨੇ ਉਹ ਸ਼ਾਮਲ ਹੋ ਗਏ। ਨਾਮ ਦੱਸ ਦਿਓ। ਪਿਰਮਲ ਸਿੰਘ ਖਾਲਸਾ ਜੀ ਔਰ ਜਗਦੇਵ ਸਿੰਘ ਜੀ, ਇਹ ਦੋਨੇ MLA ਵੀ ਉਸੇ ਦਿਨ ਕਾਂਗਰਸ 'ਚ ਸ਼ਾਮਲ ਹੋ ਗਏ ਸੀ। ਹੁਣ ਕੱਲ ਇਹ ਜਾ ਕੇ ਆਏ ਨੇ ਰਾਹੁਲ ਗਾਂਧੀ ਕੋਲੇ। ਰਣਦੀਪ ਸੁਰਜੇਵਾਲਾ, ਕਿਉਂਕਿ ਉਹ ਬੁਲਾਰੇ ਨੇ, ਪਹਿਲਾਂ ਸੁਖਪਾਲ ਖਹਿਰਾ ਵੀ ਬੁਲਾਰੇ ਸੀ, ਰਣਦੀਪ ਸੁਰਜੇਵਾਲਾ ਦੇ ਨਾਲ ਤਾਲਮੇਲ ਹੈ ਸੁਖਪਾਲ ਖਹਿਰਾ ਦਾ, ਔਰ ਇਹਨਾਂ ਨੇ ਮੀਟਿੰਗ ਅਰੇਂਜ ਕਰਾਈ ਰਾਹੁਲ ਗਾਂਧੀ ਨਾਲ। ਸੁਖਪਾਲ ਖਹਿਰਾ ਗਏ, ਪਿਰਮਲ ਸਿੰਘ ਖਾਲਸਾ ਜੀ ਗਏ, ਜਗਦੇਵ ਸਿੰਘ ਜੀ ਗਏ, ਔਰ ਰਾਹੁਲ ਗਾਂਧੀ ਨਾਲ ਮੁਲਾਕਾਤ ਕੀਤੀ ਹੈ। ਔਰ ਉਸ ਤੋਂ ਬਾਅਦ ਸੁਖਪਾਲ ਖਹਿਰਾ ਨੇ ਆਮ ਆਦਮੀ ਪਾਰਟੀ ਦੇ ਵੀ ਭੜਾਸ ਕੱਢੀ ਹੈ। ਔਰ ਸੁਖਪਾਲ ਖਹਿਰਾ ਕਿਉਂਕਿ ਹੈਗੇ ਤਾਂ ਪੁਰਾਣੇ ਕਾਂਗਰਸੀ ਨੇ, ਪਹਿਲਾਂ ਵੀ ਕਾਂਗਰਸ ਰਹੇ ਨੇ, ਇਹਨਾਂ ਦੇ ਪਿਤਾ ਜੀ ਕਿਸੇ ਸਮੇਂ ਅਕਾਲੀ ਦਲ 'ਚ ਰਹੇ ਨੇ। ਹੁਣ ਸੁਖਪਾਲ ਖਹਿਰਾ ਕਹਿੰਦੇ ਕਿ ਅਸੀਂ ਜਿਹੜੀ ਆਪਣੀ ਪਾਰਟੀ ਹੈ ਪੰਜਾਬੀ ਏਕਤਾ ਪਾਰਟੀ ਹੈ ਉਹਨੂੰ ਵੀ ਮਰਜ ਕਰਦੇ ਹਾਂ ਕਾਂਗਰਸ 'ਚ। ਹੁਣ ਮੈਨੂੰ ਨਹੀਂ ਪਤਾ ਕਿ ਸਾਰੀ ਪਾਰਟੀ, ਸਾਰੇ ਵਲੰਟੀਅਰ ਸੁਖਪਾਲ ਖਹਿਰਾ ਦੇ, ਪੰਜਾਬ ਏਕਤਾ ਪਾਰਟੀ ਦੇ ਸਾਰੇ ਸਮਰਥਕ ਨਾਲ ਆਉਣਗੇ ਜਾਂ ਨਹੀਂ ਆਉਣਗੇ, ਉਹ ਵਕਤ ਦੱਸੂਗਾ। ਪਰ ਕਹਿਣ ਨੂੰ ਗੱਲ ਹੋ ਜਾਂਦੀ ਹੈ ਵੀ ਅਸੀਂ ਆਪਣੀ ਪਾਰਟੀ ਮਰਜ ਕਰਦੇ ਹਾਂ। ਸੋ ਕੁੱਲ ਮਿਲਾ ਕੇ ਰਾਹੁਲ ਗਾਂਧੀ ਦੇ ਨਾਲ ਮੁਲਾਕਾਤ ਹੋਈ ਹੋਣੀ ਹੈ ਤਾਂ ਕਿ ਆਉਂਦੇ ਸਮੇਂ 'ਚ ਟਿਕਟਾਂ ਪੱਕੀਆਂ ਰਹਿਣ। ਸੁਖਪਾਲ ਖਹਿਰਾ ਆਪਣੇ ਦੋਨੇ ਸਾਥੀ ਵਿਧਾਇਕਾਂ ਦੀਆਂ ਟਿਕਟਾਂ ਵੀ ਪੱਕੀਆਂ ਕਰਵਾਉਣੀਆਂ ਚਾਹੁੰਦੇ ਹੋਣਗੇ। ਹੋ ਸਕਦਾ ਰਾਹੁਲ ਗਾਂਧੀ ਨੇ ਭਰੋਸਾ ਦਿੱਤਾ ਹੋਵੇ ਕਿ ਤੁਸੀਂ ਤਿੰਨੇ ਜਾ ਕੇ ਆਪਣੇ ਆਪਣੇ ਹਲਕਿਆਂ ਦੇ ਵਿੱਚ ਲੜੋ। ਸੋ ਇੱਕ ਤਰੀਕੇ ਨਾਲ ਇਹ ਚੁੱਪ ਚਪੀਤੇ ਮੀਟਿੰਗ ਸੀ, ਅਚਾਨਕ ਮੀਟਿੰਗ ਸੀ। ਪੰਜਾਬ ਦੇ ਲੀਡਰਾਂ ਨੂੰ ਤਾਂ ਪਤਾ ਹੀ ਨਹੀਂ ਲੱਗਿਆ। ਸੁਖਪਾਲ ਖਹਿਰਾ ਅਗਰ ਕੋਈ ਪੋਸਟ ਪਾ ਜਾਂਦੇ ਵੀ ਮੈਂ ਰਾਹੁਲ ਗਾਂਧੀ ਨੂੰ ਮਿਲਣ ਚੱਲਿਆ ਤੇ ਹੋਰ ਚੰਗਾ ਲੱਗਣਾ ਸੀ, ਕਿਉਂਕਿ ਸੁਖਪਾਲ ਖਹਿਰਾ ਹਰ ਕੰਮ ਐਲਾਨ ਕਰਕੇ ਕਰਨ ਵਾਲੇ ਲੀਡਰ ਨੇ। ਬਾਕੀ ਵੇਖਦੇ ਹਾਂ ਕੀ ਬਣਦਾ। ਸੁਖਪਾਲ ਖਹਿਰਾ ਦੀ ਗੱਲ ਵੀ ਇੱਕ ਵਾਰੀ ਸੁਣਾ ਦਿਓ ਜੇ ਤੁਹਾਡੇ कोले है। हमने ये फैसला निर्णय लिया था कि मैं कांग्रेस रिजॉइन करूंगा और ये साथी हमारे कांग्रेस में आएंगे। तो आज इस जो पिछले दिनों में हमारा जो एक ज्वाइनिंग प्रोसेस इनिशिएट किया था, अभी उसमें हमारी जो एक पार्टी है पंजाब एकता पार्टी, जिसका पूरा पंजाब में इंफ्रास्ट्रक्चर है, सारे डिस्ट्रिक्ट्स में प्रेसिडेंट्स हैं, उनके हमारे यहाँ तक के जो ओवरसीज हमारे जो हैं दोस्त मित्र हैं सारे, चाहे वो नॉर्थ अमेरिका है, चाहे यूरोप है, चाहे ऑस्ट्रेलिया और न्यूजीलैंड है, चाहे मिडिल ईस्ट है, इन सब में हमारे पास बहुत अच्छे व्यक्ति हैं जो किसी वक्त NRIs आम आदमी पार्टी को सपोर्ट करते हैं, लेकिन दे स्टैंड कंप्लीटली डिसल्यूजन फ्रॉम दी वर्किंग ऑफ मिस्टर केजरीवाल। बहुत बड़े पैमाने पर पंजाब के NRIs ने आम आदमी पार्टी को 2017 के इलेक्शन में पैसे दिए थे, लेकिन वो पैसे कहाँ गए, किसके पास गए, क्योंकि पंजाब के लोगों को नहीं पहुंचे। और ये उनका NRIs का काफी जो भरोसा टूटा है वो हमारे साथ है। हम चाहेंगे कि जो हमारे ऑनरेबल NRIs जो पंजाब के लिए जिनका दिल धड़कता है वो भी हमारे साथ कांग्रेस में आए और पंजाब को आने वाले दिनों में हम मजबूत कर सकें और आगे लेकर जा सकें। ਡਾਲਾ ਸਾਹਿਬ ਉਧਰ ਅਧਿਆਪਕਾਂ ਦਾ ਮਸਲਾ ਬੜੀਆਂ ਚਰਚਾਵਾਂ ਦੇ ਵਿੱਚ ਹੈ। ਲਗਾਤਾਰ ਪੰਜਾਬ ਦੇ ਵਿੱਚ ਪ੍ਰਦਰਸ਼ਨ ਕਰ ਰਹੇ ਨੇ, ਕਦੇ ਸਿੱਖਿਆ ਬੋਰਡ ਦੀ ਬਿਲਡਿੰਗ ਦੇ ਉੱਤੇ ਚੜ੍ਹੇ ਵਿਖਦੇ ਨੇ, ਕਦੇ ਟੈਂਕੀਆਂ ਦੇ ਉੱਤੇ ਲਗਾਤਾਰ ਪ੍ਰਦਰਸ਼ਨ ਕਰ ਰਹੇ ਨੇ। ਹੁਣ ਤਾਂ ਕੈਪਟਨ ਅਮਰਿੰਦਰ ਸਿੰਘ ਦੀ ਇੱਕ ਵੀਡੀਓ ਵੀ ਉਹ ਵਿਖਾਉਣ ਲੱਗ ਕੇ, ਜੋ 2017 ਦੇ ਵਿੱਚ ਉਹਨਾਂ ਦੇ ਵਿੱਚ ਬਹਿ ਕੇ ਵਾਅਦਾ ਕਰਕੇ ਆਏ ਸੀ ਕਿ ਤੁਹਾਡੀਆਂ ਤਨਖਾਹਾਂ ਦੇ ਵਿੱਚ ਵਾਧਾ ਹੋਊਗਾ, ਤੁਹਾਨੂੰ ਰੈਗੂਲਰ ਕੀਤਾ ਜਾਊਗਾ। ਕੀ ਲੱਗਦਾ ਹੁਣ ਮਸਲਾ ਕਿੱਥੇ ਤੱਕ ਜਾਂਦਾ ਲੱਗਦਾ? ਕਿਉਂਕਿ ਹੋ ਸਕਦਾ ਅੱਜ ਦੀ ਕੈਬਨਿਟ ਦੇ ਵਿੱਚ ਕੋਈ ਨਾ ਕੋਈ ਫੈਸਲਾ ਲੈ ਜਾਣ। ਸੰਕੇਤ ਜਿਹੜੇ ਰਾਜਕੁਮਾਰ ਵੇਰਕਾ ਵੀ ਦੇ ਕੇ ਗਏ ਨੇ। ਦੇਖੋ, ਅੱਜ ਜਿਹੜੀ ਮੰਤਰੀ ਮੰਡਲ ਦੀ ਬੈਠਕ ਹੈ ਉਹਦੇ 'ਚ 27-28 ਮਤੇ ਆਉਣੇ ਨੇ। ਕੋਈ ਵੱਡੀ ਗੱਲ ਨਹੀਂ।
ਕਿ ਕੈਪਟਨ ਅਮਰਿੰਦਰ ਸਿੰਘ ਸਰਕਾਰੀ ਮੁਲਾਜ਼ਮਾਂ ਲਈ, ਪ੍ਰਦਰਸ਼ਨਕਾਰੀਆਂ ਲਈ, ਪ੍ਰੋਟੈਸਟ ਕਰ ਰਹੇ ਮੁਲਾਜ਼ਮਾਂ ਲਈ, ਕੱਚੇ ਮੁਲਾਜ਼ਮਾਂ ਨੂੰ ਪੱਕੇ ਕਰਨ ਬਾਰੇ ਕੋਈ ਨਾ ਕੋਈ ਐਲਾਨ ਕਰਨ, ਮੰਤਰੀ ਮੰਡਲ 'ਚ ਕੋਈ ਮਤਾ ਆਵੇ ਤੇ ਮੰਤਰੀ ਮੰਡਲ 'ਚ ਉਹ ਮਤਾ ਪਾਸ ਹੋ ਜੇ। ਇਹਦੇ 'ਚ ਕੋਈ ਵੱਡੀ ਗੱਲ ਨਹੀਂ, ਹੋਣਾ ਵੀ ਚਾਹੀਦਾ। ਸਰਕਾਰਾਂ ਦੀ ਜ਼ਿੰਮੇਵਾਰੀ ਹੈ ਕਿ ਉਹ ਵਿੱਤੀ ਸਾਧਨ ਦਾ ਜੁਗਾੜ ਕਰਨ। ਜਿਵੇਂ ਪਰਿਵਾਰ 'ਚ ਹਰ ਘਰ ਦੇ ਮੁਖੀ ਦੀ ਇੱਕ ਜ਼ਿੰਮੇਵਾਰੀ ਹੁੰਦੀ ਹੈ, ਉਦਯੋਗ 'ਚ ਉਸ ਉਦਯੋਗ ਦੇ ਮੁਖੀ ਦੀ ਜ਼ਿੰਮੇਵਾਰੀ ਹੁੰਦੀ ਹੈ, ਕ੍ਰਿਕਟ ਟੀਮ 'ਚ ਉਸ ਟੀਮ ਦੇ ਕਪਤਾਨ ਦੀ ਜ਼ਿੰਮੇਵਾਰੀ ਹੁੰਦੀ ਹੈ, ਹਾਕੀ 'ਚ ਵੀ ਕਿ ਉਹ ਆਪਣੀ ਟੀਮ ਨੂੰ ਚੰਗਾ ਬਣਾਵੇ, ਜਿਤਾਵੇ। ਪਰਿਵਾਰ 'ਚ ਹੁੰਦਾ ਵੀ ਉਹ ਪੈਸੇ ਕਮਾ ਕੇ ਲਿਆਵੇ, ਪਰਿਵਾਰ ਨੂੰ ਤਰੱਕੀ ਕਰਾਵੇ, ਖੁਸ਼ਹਾਲੀ ਕਰਾਵੇ। ਉਦਯੋਗ ਦੇ ਚੀਫ ਤੇ ਵੀ ਜ਼ਿੰਮੇਵਾਰੀ ਹੈ ਕਿ ਉਹ ਤਰੱਕੀ ਕਰਾਵੇ, ਉਦਯੋਗ ਨੂੰ ਆਰਡਰ ਲੈ ਕੇ ਆਵੇ ਤਾਂ ਕਿ ਸਮਾਨ ਵਿਕੇ। ਇਸੇ ਤਰ੍ਹਾਂ ਸਰਕਾਰ ਦੀ ਵੀ ਜ਼ਿੰਮੇਵਾਰੀ ਹੁੰਦੀ ਹੈ ਕਿ ਸਰਕਾਰ ਕੋਲੇ ਕਿੰਨੇ ਵਿੱਤੀ ਸਾਧਨ ਹੈ, ਸਰਕਾਰ ਉਹਨਾਂ ਦਾ ਚੰਗਾ ਪ੍ਰਬੰਧ ਕਰੇ। ਜਿਹੜੇ ਸੂਬੇ ਦੇ ਕੁਦਰਤੀ ਸਰੋਤ ਨੇ, ਜਿਹੜੇ ਵਿਕ ਸਕਦੇ ਨੇ ਕੁਦਰਤੀ ਸਰੋਤ, ਉਹਨਾਂ ਨੂੰ ਜਾਇਜ਼ ਤਰੀਕੇ ਨਾਲ ਵੇਚਿਆ ਜਾਵੇ ਤੇ ਉਹਦੇ ਤੋਂ ਮਾਲੀਆ ਇਕੱਠਾ ਕੀਤਾ ਜਾਵੇ। ਹੁਣ ਸਾਡੇ ਮਾਲੀਆ ਕਿੱਥੋਂ ਆ ਸਕਦਾ ਹੈ? ਰੇਤੇ ਤੋਂ ਆ ਸਕਦਾ ਹੈ, ਸ਼ਰਾਬ ਤੋਂ ਆ ਸਕਦਾ ਹੈ, ਪਾਣੀ ਤੋਂ ਆ ਸਕਦਾ ਹੈ, ਸਾਡੇ ਖੇਤੀ ਤੋਂ ਆ ਸਕਦਾ ਹੈ, ਸਾਡੇ ਜੰਗਲੀ ਬੂਟੀਆਂ ਤੋਂ ਮਾਲੀਆ ਆ ਸਕਦਾ ਹੈ। ਸਾਡੇ ਪੰਜਾਬ 'ਚ ਖੇਤੀ ਤੋਂ ਬਹੁਤ ਵੱਡਾ ਰੈਵਨਿਊ ਅਰਨ ਕੀਤਾ ਜਾ ਸਕਦਾ, ਲੇਕਿਨ ਸਾਡੀਆਂ ਸੂਬੇ ਦੀਆਂ ਸਰਕਾਰਾਂ ਆਪ ਗਗਨ ਧਿਆਨ ਨਹੀਂ ਦਿੰਦੀਆਂ। ਸੂਬੇ ਦੀ ਸਰਕਾਰ ਦਾ ਮੂੰਹ ਦਿੱਲੀ ਵੱਲ ਹੁੰਦਾ ਹੈ ਵੀ ਦਿੱਲੀ MSP ਵਧਾ ਦੇ, ਦਿੱਲੀ ਝੋਨਾ ਚੱਕ ਲੈ, ਦਿੱਲੀ ਕਣਕ ਚੱਕ ਲੈ। ਇਹੀ ਫਰਕ ਹੈ ਸਿੱਧੂ ਦੇ ਵਿੱਚ ਔਰ ਬਾਕੀ ਲੀਡਰਾਂ ਦੀ ਸੋਚ 'ਚ। ਸਿੱਧੂ ਕਹਿੰਦਾ ਸਾਡੇ ਆਪਣੇ ਉਤਪਾਦਨ ਨੇ, ਔਰ ਗੱਲ ਵੀ ਠੀਕ ਹੈ, ਸਾਡੇ ਹਜ਼ਾਰਾਂ ਫੈਕਟਰੀਆਂ ਨੇ ਗਗਨ ਪੰਜਾਬ 'ਚ। ਅਗਰ ਉਹ ਹਜ਼ਾਰਾਂ ਫੈਕਟਰੀਆਂ ਵਾਲੇ ਲੋਕ ਕਹਿਣ ਵੀ ਕੇਂਦਰ ਸਾਡਾ ਮਾਲ ਚੱਕ ਲੈ ਤੇ ਵਪਾਰ ਕਿੱਥੋਂ ਹੋਣਾ? ਸੂਬੇ ਦੀ ਸਰਕਾਰ ਸਾਡੇ ਖੇਤੀ ਦੇ ਉਤਪਾਦਨ ਨੂੰ ਵੇਚ ਸਕਦੀ ਹੈ, ਸਾਡੇ ਪਾਣੀ ਦੀ ਮਾਰਕੀਟਿੰਗ ਹੋ ਸਕਦੀ, ਰੇਤਾ ਮਾਫੀਆ ਖਾਈ ਜਾਂਦਾ, ਵੇਚੀ ਜਾਂਦਾ, ਸ਼ਰਾਬ ਸਾਡੀ ਮਾਫੀਆ ਦੇ ਕੰਟਰੋਲ 'ਚ ਆ ਜਾਂਦੀ ਹੈ ਕਿੰਨੀ ਵਾਰੀ। ਇਹ ਸਾਰੀਆਂ ਚੀਜ਼ਾਂ ਸਰਕਾਰ ਦੀ ਜ਼ਿੰਮੇਵਾਰੀ ਹੈ ਤੇ ਮਾਲੀਆ ਇਕੱਠਾ ਕਰਕੇ ਜਾਇਜ਼ ਤਰੀਕੇ ਨਾਲ ਸੂਬੇ ਨੂੰ ਤਰੱਕੀ ਕਰਾ ਕੇ ਮੁਲਾਜ਼ਮਾਂ ਨੂੰ ਉਹਨਾਂ ਦੇ ਹੱਕਾਂ ਦੀ ਤਨਖਾਹ ਦੇਣੀ ਵੀ ਸਰਕਾਰ ਦੀ ਜ਼ਿੰਮੇਵਾਰੀ ਹੈ। ਸੋ ਕੱਚੇ ਅਧਿਆਪਕ ਪੱਕੇ ਹੋਣੇ ਚਾਹੀਦੇ ਨੇ, ਸਾਰਿਆਂ ਨੂੰ ਵਕਤ ਸਿਰ ਤਨਖਾਹ ਮਿਲਣੀ ਚਾਹੀਦੀ ਹੈ, ਤਰੱਕੀਆਂ ਮਿਲਣੀਆਂ ਚਾਹੀਦੀਆਂ ਨੇ, ਹੋਰ ਨੌਕਰੀਆਂ ਨਿਕਲਣੀਆਂ ਚਾਹੀਦੀਆਂ ਨੇ, ਤਾਂ ਹੀ ਗਗਨ ਸੂਬਾ ਚੰਗੀ ਤਰ੍ਹਾਂ ਚੱਲ ਸਕਦਾ ਹੈ। ਬਾਕੀ ਹੁਣ ਵੇਖਦੇ ਹਾਂ ਕਿ ਅੱਜ ਦੀ ਜਿਹੜੀ ਕੈਬਨਿਟ ਦੀ ਬੈਠਕ ਹੈ, ਅੱਜ ਮੰਤਰੀ ਮੰਡਲ ਦੀ ਬੈਠਕ 'ਚ ਕਿੰਨਾ ਕੁਝ ਮੁਲਾਜ਼ਮਾਂ ਨੂੰ ਮਿਲਦਾ ਹੈ ਤੇ ਕਿਹੜੀਆਂ-ਕਿਹੜੀਆਂ ਮੰਗਾਂ ਅਧੂਰੀਆਂ ਰਹਿ ਜਾਂਦੀਆਂ ਨੇ। ਉਂਝ ਸਾਡੇ ਮੁਲਾਜ਼ਮ ਨੇ, ਜਿਹੜੇ ਅਧਿਆਪਕ ਨੇ, ਜਿਨ੍ਹਾਂ ਨੇ ਸਿੱਖਿਆ ਬੋਰਡ ਦੇ ਦਫ਼ਤਰ 'ਚ ਵੀ ਪ੍ਰੋਟੈਸਟ ਕੀਤਾ, ਮੁੱਖ ਮੰਤਰੀ ਦੀਆਂ ਹਦਾਇਤਾਂ ਤੋਂ ਬਾਅਦ ਉਹਨਾਂ ਦੀਆਂ ਮੀਟਿੰਗਾਂ ਤਾਂ ਹੋਈਆਂ ਨੇ ਅਧਿਕਾਰੀਆਂ ਦੇ ਨਾਲ, ਪਰ ਹਜੇ ਅੱਧਾ ਪਚੱਧਾ ਉਹਦੇ 'ਚ ਜਿਹੜੇ ਆ ਸੁਨੇਹੇ ਆਏ ਨੇ, ਕੋਈ ਮੁਕੰਮਲ ਸਮਝੌਤਾ ਨਹੀਂ ਹੋਇਆ, ਕੋਈ ਮੁਕੰਮਲ ਐਲਾਨ ਨਹੀਂ ਹੋਇਆ ਜੀ। ਬਿਲਕੁਲ। ਕੋਈ ਅਧਿਆਪਕਾਂ ਦੀ ਤੁਹਾਡੇ ਕੋਲੇ ਗੱਲ ਹੈ, ਕੱਲ ਵੀ ਅਧਿਆਪਕ ਸਾਡੇ ਕੋਲੇ ਵਿਸ਼ੇ ਆਏ ਸੀ, ਕੋਈ ਅਧਿਆਪਕ ਆਪਣੀ ਗੱਲ ਕਰਨੇ ਚਾਹਣ, ਕਿਉਂਕਿ ਉਹ 6-6 ਰੁਪਏ ਤਨਖਾਹ ਤੇ ਕੱਚੇ ਅਧਿਆਪਕਾਂ ਲਈ ਜ਼ਿੰਦਗੀ ਕਿੰਨੀ ਔਖੀ ਹੈ ਗਗਨ। 6-6 ਰੁਪਏ ਤੇ ਕੱਚੇ ਅਧਿਆਪਕ ਕੰਮ ਕਰਨ, ਕਿੱਡੀ ਜ਼ਿੰਦਗੀ ਔਖੀ ਹੈ। ਉਹਦੇ ਬਾਰੇ ਤੁਸੀਂ ਗੱਲ ਸੁਣਾ ਦਿਓ, ਅਗਰ ਕੋਈ ਪੋਲੀਟੀਕਲ ਬਿਆਨ ਨੇ ਉਹ ਵੀ ਸੁਣਾ ਦਿਓ। ਸਰ ਗੱਲਬਾਤ ਇਹ ਹੋਈ ਹੈ, ਸਰਕਾਰ ਵਿਚਲਾ ਰਸਤਾ ਲੱਭਣ ਦੀ ਕੋਸ਼ਿਸ਼ ਕਰ ਰਹੀ ਹੈ ਵੀ ਜਿਵੇਂ ਅਸੀਂ ਇਹ ਕਹਿ ਰਹੇ ਸਾਂ ਵੀ ਟੈਸਟ ਰੱਦ ਕੀਤਾ ਜਾਵੇ, ਟੈਸਟ ਨੂੰ ਰੱਦ ਕਰਕੇ ਕੱਚੇ ਅਧਿਆਪਕਾਂ ਨੂੰ ਬਿਨਾਂ ਸ਼ਰਤ ਪੱਕੇ ਕੀਤਾ ਜਾਵੇ। ਪਰ ਜਿਵੇਂ ਮੀਟਿੰਗ ਦੇ ਵਿੱਚ ਮਾਨਯੋਗ ਕੈਪਟਨ ਸੰਧੂ ਜੀ, ਸਿੱਖਿਆ ਮੰਤਰੀ ਪੰਜਾਬ ਅਤੇ ਸਿੱਖਿਆ ਸਕੱਤਰ ਜੀ ਨੇ, ਉਹਨਾਂ ਨੇ ਇਹ ਗੱਲ ਕਹੀ ਵੀ ਕੱਚੇ ਅਧਿਆਪਕਾਂ ਨਾਲ ਸਾਡੀ ਸਿੰਪਥੀ ਆ, ਵੀ ਬਹੁਤ ਸਮੇਂ ਤੋਂ ਬੈਠੇ ਹੋਏ ਆ, ਵੀ ਅਸੀਂ ਕੋਈ ਵਿਚਲਾ ਹੱਲ ਲੱਭ ਰਹੇ ਹਾਂ। ਵਿਚਲੇ ਹੱਲ ਦੇ ਵਿੱਚ ਸਾਨੂੰ ਥੋੜਾ ਸਮੇਂ ਦੀ ਲੋੜ ਹੈ, ਜਿੰਦੇ ਵਾਸਤੇ ਦੁਆਰਾ ਸੈਕਟਰੀ ਸਾਹਿਬ ਨੇ ਫਿਰ ਬੁਲਾਇਆ ਹੈ 9 ਸੈਕਟਰ ਵੀ। ਅਸੀਂ ਕੋਈ ਵਿਚਲਾ ਹੱਲ ਲੱਭ ਕੇ ਕੱਚੇ ਮੁਲਾਜ਼ਮਾਂ ਨੂੰ ਅਸੀਂ ਪੱਕੇ ਕਰਾਂਗੇ, ਜਲਦੀ ਇਹਨਾਂ ਨੂੰ ਪੱਕੇ ਕਰਾਂਗੇ, ਮਤਲਬ ਉਹਨਾਂ ਨੂੰ ਕਿਸ ਢੰਗ ਨਾਲ ਪੱਕੇ ਕਰਨਾ, ਉਹਦੇ ਬਾਰੇ ਉਹਨਾਂ ਨੇ ਇੱਕ ਕਮੇਟੀ ਗਠਿਤ ਕੀਤੀ ਹੈ। ਜਿਹੜੇ ਇਸ਼ੂ ਹੈ ਉਹਦੇ ਵਿੱਚ ਮੁੱਖ ਮੰਤਰੀ ਜੀ ਦੇ ਨਾਲ ਜ਼ਿਕਰ ਹੋਇਆ ਕਿ ਜਿਹੜੇ ਸਫਾਈ ਕਰਮਚਾਰੀ ਹੈ, ਖਾਸ ਕਰਕੇ ਉਹ ਠੇਕੇ ਤੇ ਲੱਗੇ ਹੋਏ ਹੈ, ਔਰ ਮੈਨੂੰ ਖੁਸ਼ੀ ਇਸ ਗੱਲ ਦੀ ਹੈ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਜੀ ਨੇ ਇਸ ਗੱਲ ਦਾ ਆਦੇਸ਼ ਜਾਰੀ ਕਰ ਦਿੱਤਾ ਕਿ ਜਿੰਨੇ ਵੀ ਸਫਾਈ ਕਰਮਚਾਰੀ ਜਿਹੜੇ ਹੈ ਉਹ ਠੇਕੇ ਤੇ ਲੱਗੇ ਹੋਏ ਆ, ਉਹਨਾਂ ਨੂੰ ਪੱਕਿਆਂ ਕਰਨ ਵਾਸਤੇ ਮੁੱਖ ਮੰਤਰੀ ਜੀ ਨੇ ਆਦੇਸ਼ ਜਾਰੀ ਕਰ ਦਿੱਤਾ ਹੈ। ਔਰ ਇਹ ਸਫਾਈ ਕਰਮਚਾਰੀ ਹੁਣ ਸਾਰੇ ਜਿਹੜੇ ਆ ਉਹ ਜਲਦ ਪੱਕੇ ਹੋਣਗੇ, ਔਰ ਉਹਨਾਂ ਦੇ ਵਾਸਤੇ ਬਾਕੀ ਇਸ਼ੂ ਵਾਸਤੇ ਉਹਨਾਂ ਨੇ ਕੈਬਨਿਟ ਦੀ ਸੀਨੀਅਰ ਮਿਨਿਸਟਰ ਦੀ ਜਿਹੜੀ ਕਮੇਟੀ ਹੈ ਉਹਦਾ ਵੀ ਗਠਨ ਕਰ ਦਿੱਤਾ ਹੈ, ਜਿਹਦੇ ਵਿੱਚ ਮਨਪ੍ਰੀਤ ਬਾਦਲ ਜੀ, ਬ੍ਰਹਮਿੰਦਰਾ ਜੀ ਅਤੇ ਹੋਰ ਮਿਨਿਸਟਰ ਸ਼ਾਮਲ ਹੋਣਗੇ। ਔਰ ਮੈਂ ਧੰਨਵਾਦ ਕਰਦਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਜੀ ਦਾ, ਔਰ ਜਿਨ੍ਹਾਂ ਨੇ
ਇਹ ਗਰੀਬਾਂ ਦੇ ਜਿਹੜੇ ਭਖਦੇ ਮਸਲੇ ਸੀ ਇਹਨੂੰ ਫੌਰੀ ਤੌਰ ਤੇ ਹੱਲ ਕਰਨ ਵਾਸਤੇ ਜਿਹੜੇ ਹੈ ਉਹ ਹੁਕਮ ਜਾਰੀ ਕਰਤੇ। ਢਿੱਲੋਂ ਸਾਹਿਬ, ਉਧਰ ਸੰਯੁਕਤ ਕਿਸਾਨ ਮੋਰਚੇ ਦੇ ਵੱਲੋਂ ਵੀ ਇਹ ਗੱਲ ਦਾ ਐਲਾਨ ਕੀਤਾ ਗਿਆ ਖਾਸ ਤੌਰ ਤੇ ਪੰਜਾਬ ਦੇ ਲੋਕਾਂ ਦੇ ਲਈ ਕਿ 2022 ਦੀਆਂ ਚੋਣਾਂ ਦੇ ਦਰਮਿਆਨ ਹੁਣ ਜਦੋਂ ਪੰਜਾਬ ਦੇ ਪਿੰਡਾਂ ਦੇ ਵਿੱਚ ਰਾਜਨੀਤਿਕ ਲੋਕ ਆਉਣ ਤਾਂ ਇਹਨਾਂ ਦਾ ਵਿਰੋਧ ਕੀਤਾ ਜਾਵੇ, ਇਹਨਾਂ ਨੂੰ ਸਿਆਸੀ ਤੌਰ ਤੇ ਇਹਨਾਂ ਦਾ ਵਿਰੋਧ ਕੀਤਾ ਜਾਵੇ, ਕਿਉਂਕਿ ਇਹਨਾਂ ਦੇ ਵੱਲੋਂ ਕਿਸਾਨ ਅੰਦੋਲਨ ਦੇ ਵੱਲ ਧਿਆਨ ਨਹੀਂ ਦਿੱਤਾ ਜਾ ਰਿਹਾ, ਸਗੋਂ 2022 ਦੀਆਂ ਤਿਆਰੀਆਂ ਦੇ ਵਿੱਚ ਸਾਰੀਆਂ ਸਿਆਸੀ ਧਿਰਾਂ ਜੁਟ ਗਈਆਂ ਨੇ। ਕੀ ਲੱਗਦਾ ਸਿਆਸੀ ਧਿਰਾਂ ਨੂੰ ਇਹਦਾ ਕਿੰਨਾ ਕੁ ਨੁਕਸਾਨ ਹੋ ਸਕਦਾ? ਦੇਖੋ, ਪਹਿਲੀ ਤਾਂ ਗੱਲ ਮੈਂ ਬੜਾ ਹੈਰਾਨ ਆ, ਕਿਸਾਨ ਮੋਰਚਾ ਕਹਿ ਰਿਹਾ ਹੈ ਕਿ ਪੋਲੀਟੀਕਲ ਧਿਰਾਂ ਦਾ ਵਿਰੋਧ ਕੀਤਾ ਜਾਵੇ। ਠੀਕ ਹੈ, ਮੇਰੀ ਹਮਦਰਦੀ ਆ ਕਿਸਾਨ ਮੋਰਚੇ ਨਾਲ, ਕਿਸਾਨਾਂ ਦੀਆਂ ਮੰਗਾਂ ਦੇ ਨਾਲ ਵੀ ਹਮਦਰਦੀ ਆ, ਆਪਾਂ ਸਾਰੇ ਕਿਸਾਨ ਆ। ਪਰ ਗਗਨ, ਕਿਤੇ ਨਾ ਕਿਤੇ ਕਿਸਾਨ ਮੋਰਚਾ ਵੀ ਫੇਲ ਸਾਬਤ ਹੋਇਆ। ਇਹ ਗੱਲ, ਮੇਰੀ ਗੱਲ ਨੂੰ ਅਦਰਵਾਈਜ਼ ਨਾ ਲਈਓ, ਗੁੱਸਾ ਨਾ ਕਰਿਓ। ਸਾਡੇ ਕਿਸਾਨ ਲੀਡਰ ਫੇਲ ਸਾਬਤ ਹੋ ਰਹੇ ਨੇ, ਇਹ ਆਪਣੇ ਅੰਦੋਲਨ ਨੂੰ ਸੰਗਠਿਤ ਨਹੀਂ ਕਰ ਪਾ ਰਹੇ। ਅੱਜ ਕੱਲ ਕਿਸਾਨ ਲੀਡਰਾਂ ਦਾ ਵੀ ਕਿਸੇ ਦਾ ਮੂੰਹ ਖੱਬੇ ਪਾਸੇ ਆ, ਕਿਸੇ ਦਾ ਸੱਜੇ ਪਾਸੇ ਆ। ਓਡੀ ਗੱਲ, ਅੰਦੋਲਨ ਨੂੰ ਧਾਰਦਾਰ ਬਣਾ ਨਹੀਂ ਸਕੇ ਕਿਸਾਨ ਲੀਡਰ। ਔਰ ਪਹਿਲਾਂ ਵੀ ਜਿਹੜਾ ਕਿਸਾਨ ਅੰਦੋਲਨ ਬਣਿਆ ਸੀ ਉਹ ਸਾਡੇ ਤੁਹਾਡੇ ਲੋਕਾਂ ਦੀ ਸ਼ਮੂਲੀਅਤ ਨਾਲ ਬਣਿਆ ਸੀ। ਹਜ਼ਾਰਾਂ ਲੋਕ, ਗਰੀਬ, ਮਜ਼ਦੂਰ, ਸਾਡੇ ਵਰਗੇ, ਉਹ ਸਾਰੇ ਇਕੱਠੇ ਹੋਏ ਸੀ। ਦੁਨੀਆ ਭਰ ਦੇ NRI ਸਾਡੇ, ਕਿੱਡਾ ਉਹਨਾਂ ਨੇ ਪੈਸਾ ਲਾਇਆ, ਕਿੱਡੀ એનર્ਜੀ ਲਾਈ, ਕਿੱਡਾ ਜ਼ੋਰ ਉਹਨਾਂ ਨੇ ਪਾਇਆ। ਸਾਡੇ ਕਿਸਾਨ ਲੀਡਰਾਂ ਦੀਆਂ ਗਲਤੀਆਂ ਕਰਕੇ ਵੀ ਅੰਦੋਲਨ ਕਮਜ਼ੋਰ ਹੋਇਆ। ਉਹ ਠੀਕ ਹੈ ਕਿ ਹੁਣ ਕਿਸਾਨ ਲੀਡਰ ਕਹਿ ਰਹੇ ਨੇ ਕਿ ਤੁਸੀਂ ਸਿਆਸੀ ਵਿਰੋਧ ਕਰੋ, ਤੁਸੀਂ ਲੀਡਰਾਂ ਨੂੰ ਕਹੋ ਵੀ ਤੁਸੀਂ ਸਾਡੇ ਲਈ ਕੁਝ ਨਹੀਂ ਕਰ ਰਹੇ, 2022 ਦੀ ਤਿਆਰੀ ਕਰ ਰਹੇ ਹੋ। ਲੀਡਰ ਤਾਂ 2022 ਦੀ ਤਿਆਰੀ ਕਰਨਗੇ। ਗਗਨ, ਮੈਂ ਕਿੰਨੀ ਵਾਰੀ ਕਿਹਾ, ਉਹ ਵੇਲਾ ਸੀ ਜਦੋਂ ਸਾਰੇ ਕਿਸਾਨ ਇਕੱਠੇ ਹੋ ਕੇ ਰਾਜਨੀਤਿਕ ਤਾਕਤ ਬਣ ਸਕਦੇ ਸੀ। ਅਰਵਿੰਦ ਕੇਜਰੀਵਾਲ ਨੇ ਜਨ ਲੋਕਪਾਲ ਬਿੱਲ ਲਾਗੂ ਕਰਾਉਣ ਲਈ ਐਡਾ ਸੰਘਰਸ਼ ਛੇੜਿਆ, ਅੰਨਾ ਹਜ਼ਾਰੇ ਨੇ। ਅਖੀਰ 'ਚ ਕੇਜਰੀਵਾਲ ਨੂੰ ਪਾਰਟੀ ਬਣਾਉਣੀ ਪਈ। ਜਦ ਤੱਕ ਤਾਕਤ ਤੁਹਾਡੇ ਹੱਥ 'ਚ ਨਹੀਂ, ਤੁਸੀਂ ਪੋਲੀਟੀਕਲ ਪਾਰਟੀਆਂ ਤੋਂ ਆਪਣੀ ਮਰਜ਼ੀ ਦੇ ਫੈਸਲੇ ਨਹੀਂ ਕਰਾ ਸਕਦੇ। ਸੋ ਠੀਕ ਹੈ, ਪੋਲੀਟੀਕਲ ਪਾਰਟੀਆਂ ਨੂੰ ਕਰਨੇ ਚਾਹੀਦੇ ਨੇ, ਉਹਨਾਂ ਦੀ ਵੀ ਜ਼ਿੰਮੇਵਾਰੀ ਹੈ। ਪਰ ਹੁਣ ਕਿਸਾਨਾਂ ਕੋਲੇ ਗਗਨ ਮੌਕਾ ਸੀ। ਪੰਜਾਬ 'ਚ ਕਿਸਾਨ ਇੱਕ ਪੋਲੀਟੀਕਲ ਪਾਰਟੀ ਬਣਾ ਕੇ ਬਦਲ ਲਿਆ ਸਕਦੇ ਸੀ। ਔਰ ਸਾਡੇ ਕਿਸੇ ਪੰਜਾਬ ਦੀਆਂ ਕਿਸਾਨ ਯੂਨੀਅਨਾਂ ਨੇ ਆਪਸ 'ਚ ਸਾਂਝ ਨਹੀਂ ਬਣਾਈ। ਕਿਉਂ? ਕਿਉਂਕਿ ਸਾਰੀਆਂ ਕਿਸਾਨ ਪਾਰਟੀਆਂ ਦੇ ਰਾਜਨੀਤਿਕ ਏਜੰਡੇ ਵੱਖਰੇ ਵੱਖਰੇ ਨੇ। ਮੈਨੂੰ ਕਿੰਨੇ ਹੀ ਲੀਡਰਾਂ ਬਾਰੇ ਪਤਾ ਹੈ ਜਿਹੜੇ ਹੈਗੇ ਸੰਯੁਕਤ ਕਿਸਾਨ ਮੋਰਚੇ 'ਚ ਨੇ, ਪਰ ਉਹਨਾਂ ਦੀ ਜਿਹੜੀ ਪੋਲੀਟੀਕਲ ਕਨੈਕਟੀਵਿਟੀ ਆ ਉਹ ਵੱਖ-ਵੱਖ ਪੋਲੀਟੀਕਲ ਪਾਰਟੀਆਂ ਦੇ ਨਾਲ ਹੈ। ਅਗਰ ਇਹ ਇੱਕ ਪਾਰਟੀ ਬਣਾ ਲੈਂਦੇ ਨੇ, ਕਿਸਾਨ ਪਾਰਟੀ ਬਣਾ ਲੈਂਦੇ, ਉਹ ਵਕਤ ਲੰਘ ਗਿਆ। ਅਗਰ ਜਦੋਂ ਪੂਰੀ ਜਵਾਨੀ ਤੇ ਸੀ ਕਿਸਾਨ ਅੰਦੋਲਨ, ਆਪਣੀ ਪੋਲੀਟੀਕਲ ਪਾਰਟੀ ਦੀ ਅਨਾਉਂਸਮੈਂਟ ਕਰ ਦਿੰਦੇ, ਔਰ ਐਡੀ ਤਾਕਤ ਸੀ ਕਿਸਾਨ ਅੰਦੋਲਨ, ਬੱਚੇ ਦੀ ਵੋਟ ਕਿਸਾਨ ਅੰਦੋਲਨ ਨੂੰ ਪੈਣੀ ਸੀ, ਜਿਹੜਾ 18 ਸਾਲ ਤੋਂ ਟੱਪ ਕੇ ਵੋਟ ਪਾਉਣ ਦਾ ਅਧਿਕਾਰ ਲੈ ਜਾਂਦਾ। ਗਗਨ, ਮੈਂ ਵੀ ਆਪਣੀ ਵੋਟ ਕਿਸਾਨ ਦੀ ਪਾਰਟੀ ਨੂੰ ਪਾ ਕੇ ਆਉਣੀ ਸੀ, ਔਰ ਤੁਸੀਂ ਵੀ ਪਾਉਣੀ ਸੀ, ਔਰ ਸੁਣਨ ਵਾਲੇ ਸਾਰਿਆਂ ਨੇ ਪਾ ਦੇਣੀ ਸੀ। ਜਦੋਂ ਫੈਸਲਾ ਹੀ ਵੋਟਾਂ ਨਾਲ ਹੋਣਾ ਤੇ ਕਿਸਾਨਾਂ ਕੋਲੇ ਮੌਕਾ ਸੀ, ਸੰਯੁਕਤ ਕਿਸਾਨ ਮੋਰਚੇ ਕੋਲੇ, ਪੋਲੀਟੀਕਲ ਪਾਰਟੀ ਬਣਾ ਲੈਂਦੇ। ਇਹ ਸਾਰੀਆਂ ਪੋਲੀਟੀਕਲ ਪਾਰਟੀਆਂ ਵਾਲੇ ਗਗਨ ਇਹਨਾਂ ਦੇ ਪਿੱਛੇ ਫਿਰਨੇ ਸੀ ਵੀ ਤੁਸੀਂ ਦੱਸੋ, ਅਸੀਂ ਅੱਜ ਹੀ ਕਾਨੂੰਨ ਤੁਹਾਡੀ ਮਰਜ਼ੀ ਮੁਤਾਬਕ ਠੀਕ ਕਰਦੇ ਹਾਂ। ਕਿਉਂਕਿ ਉਹਨਾਂ ਨੂੰ ਪਤਾ ਲੱਗ ਜਾਣਾ ਸੀ ਵੀ ਕਿਸਾਨ ਅੰਦੋਲਨ ਦੀ ਤਾਕਤ ਐਡੀ ਜ਼ਿਆਦਾ ਬਣ ਗਈ, ਔਰ ਇਹ ਵੇਲਾ ਇਹਨਾਂ ਨੇ ਗਵਾਤਾ। ਬਾਕੀ ਠੀਕ ਹੈ, ਕਿਸਾਨ ਮੋਰਚੇ ਦੇ ਲੀਡਰਾਂ ਦਾ ਇਹ ਫੈਸਲਾ ਹੈ, ਪਰ ਮੈਂ ਕਹਿੰਦਾ ਕਿ ਆਪਸੀ ਏਕਤਾ ਬਣੀ ਰਹਿਣੀ ਚਾਹੀਦੀ ਹੈ। ਕੋਈ ਤਣਾਅ ਵਾਲੀ ਸਥਿਤੀ ਨਹੀਂ ਬਣਨੀ ਚਾਹੀਦੀ। ਜਿਹੜਾ ਵਿਰੋਧ ਹੈ ਉਹ ਡੈਮੋਕ੍ਰੈਟਿਕ ਹੋਣਾ ਚਾਹੀਦਾ, ਲੋਕਤੰਤਰਿਕ ਵਿਰੋਧ ਹੋਣਾ ਚਾਹੀਦਾ। ਇਹ ਨਾ ਹੋਵੇ ਕਿ ਪੋਲੀਟੀਕਲ ਲੀਡਰਾਂ ਦੇ ਨਾਲ ਹੀ ਖਹਿਬਾਜ਼ੀਆਂ ਪਾਉਣ ਲੱਗ ਜਾਣ ਸਾਡੇ ਕਿਸਾਨ। ਇਸ ਕਰਕੇ ਵਿਰੋਧ ਬਹੁਤ ਜਿਹੜਾ ਹੈਗਾ ਉਹ ਸੰਵਿਧਾਨਿਕ ਦਾਇਰੇ 'ਚ ਹੋਣਾ ਚਾਹੀਦਾ। ਜਿਵੇਂ ਸੁਪਰੀਮ ਕੋਰਟ ਨੇ ਵੀ ਕਿਹਾ ਸੀ ਕਿ ਵਿਰੋਧ ਦਾ ਮਤਲਬ ਇਹ ਨਹੀਂ ਕਿ ਅਸੀਂ ਗੈਰ ਵਾਜਿਬ ਚੀਜ਼ਾਂ ਕਰੀਏ। ਵਿਰੋਧ ਦਾ ਮਤਲਬ ਹੈ ਕਿ ਅਸੀਂ ਦੂਸਰਿਆਂ ਦੀ ਨਿੱਜਤਾ, ਦੂਸਰਿਆਂ ਦੀ ਆਜ਼ਾਦੀ ਵੀ ਪ੍ਰਭਾਵਿਤ ਨਾ ਕਰੀਏ। ਸੋ ਕਿਸਾਨ ਮੋਰਚੇ ਤੇ ਜ਼ਿੰਮੇਵਾਰੀ ਬਹੁਤ ਹੈ ਗਗਨ। ਬਾਕੀ ਹਜੇ ਵੀ ਮੈਂ ਚਾਹੂੰਗਾ ਕਿ ਸਾਡੀਆਂ ਸਰਕਾਰਾਂ ਕਿਸਾਨਾਂ ਦੀਆਂ ਦਿੱਕਤਾਂ ਸਮਝਦੇ ਹੋਏ ਸਾਡੇ ਉਹ ਭੁੱਲ ਜਾਣ ਵੀ ਇਹ ਕਿਸਾਨ ਮੋਰਚੇ ਦੇ ਲੀਡਰ ਅੱਗੇ ਨੇ। ਉਹ ਆਮ ਕਿਸਾਨ ਦੀ ਗੱਲ ਸੋਚਣ, ਸਾਡੀਆਂ ਪੋਲੀਟੀਕਲ ਪਾਰਟੀਆਂ, ਕਿ ਅਸੀਂ ਕਿਸਾਨ ਮੋਰਚੇ ਦੇ ਲੀਡਰਾਂ ਨੇ ਨਹੀਂ ਕਾਨੂੰਨਾਂ ਦੇ ਉੱਤੇ ਫੈਸਲਾ ਦੇਣਾ, ਅਸੀਂ ਆਮ ਕਿਸਾਨਾਂ ਦੀ ਗੱਲ ਕਰੀਏ। ਸੋ ਅਗਰ ਸਾਡੀਆਂ ਪੋਲੀਟੀਕਲ ਪਾਰਟੀਆਂ ਆਮ ਕਿਸਾਨਾਂ ਦੇ ਹੱਕ 'ਚ ਗੱਲ ਕਰ ਦੇਣ, ਫੈਸਲੇ ਕਰ ਦੇਣ, ਤੇ ਇਹ ਗੱਲ ਬਹੁਤ ਚੰਗੀ ਹੋਊਗੀ। ਔਰ ਇੰਤਜ਼ਾਰ ਕਰਾਂਗੇ ਕਿ ਕਿਸਾਨ ਅੰਦੋਲਨ ਕਿਸੇ ਮੁਕਾਮ ਤੇ ਪਹੁੰਚੇ ਔਰ ਸਰਕਾਰ ਦੇ ਨਾਲ ਮਸਲਾ ਜਿਹੜਾ ਇੱਜ਼ਤ ਦੇ ਨਾਲ ਨਿਬੜੇ, ਸਰਕਾਰ ਦੀ ਵੀ ਸਿਆਸੀ ਇੱਜ਼ਤ ਬਰਕਰਾਰ ਰਵੇ ਔਰ ਕਿਸਾਨਾਂ ਦੀ ਵੀ ਸਿਆਸੀ ਇੱਜ਼ਤ ਬਰਕਰਾਰ ਰਵੇ, ਕਿਸੇ ਨਾਲ ਧੱਕਾ ਨਾ ਹੋਵੇ। ਔਰ ਅਗਰ ਕਾਨੂੰਨ ਰੱਦ ਕੀਤੇ ਬਿਨਾ ਕੋਈ ਹੋਰ ਵਿਕਲਪ ਨਹੀਂ ਹੈ ਤੇ ਕਾਨੂੰਨ ਰੱਦ ਕਰ ਦੇਣੇ ਚਾਹੀਦੇ ਨੇ। ਡੈਮੋਕ੍ਰੇਸੀ 'ਚ ਲੋਕਾਂ ਦੀ ਮਰਜ਼ੀ ਮੁਤਾਬਕ ਹੀ ਕਾਨੂੰਨ ਬਣਾਉਣੇ ਚਾਹੀਦੇ ਨੇ। ਅਗਰ ਕੋਈ ਕਾਨੂੰਨ ਹੀ ਲੋਕਾਂ ਨੂੰ ਪਸੰਦ ਨਹੀਂ, ਕਿਸਾਨਾਂ ਨੂੰ ਐਡੀ ਵੱਡੀ ਗਿਣਤੀ 'ਚ,
ਤੇ ਇੱਕ ਵਾਰੀ ਰੱਦ ਕਰਕੇ ਕਿਸਾਨਾਂ ਦੀ ਸ਼ਮੂਲੀਅਤ ਕਰਕੇ ਨਵੇਂ ਸਿਰੇ ਤੋਂ ਕਾਨੂੰਨ ਬਣਾਏ ਜਾ ਸਕਦੇ ਨੇ। ਮੈਂ ਇਹਦੀ ਵਕਾਲਤ ਕਰਦਾ ਗਗਨ ਜੀ। ਬਿਲਕੁਲ ਸਰ, ਜ਼ਰੂਰ ਹੈ ਕਿ ਹੁਣ ਕਿਸਾਨ ਅੰਦੋਲਨ ਦਾ ਵੀ ਹੱਲ ਹੋਣਾ ਚਾਹੀਦਾ, ਕਿਉਂਕਿ ਬਹੁਤ ਲੰਬਾ ਸਮਾਂ ਕਿਸਾਨ ਅੰਦੋਲਨ ਨੂੰ ਚੱਲ ਰਿਹਾ ਹੋ ਗਿਆ, ਬਹੁਤ ਵੱਡਾ ਅੰਦੋਲਨ ਇਹ ਹੋ ਗਿਆ ਹੁਣ ਤੱਕ। ਸੋ ਹੱਲ ਕਿਤੇ ਨਾ ਕਿਤੇ ਸਰਕਾਰਾਂ ਦੇ ਹੀ ਹੱਥ ਤੇ ਵੱਸ ਦੇ ਵਿੱਚ ਆ, ਜ਼ਰੂਰ ਹੱਲ ਨਿਕਲਣਾ ਚਾਹੀਦਾ। ਉੱਧਰ ਪੰਜਾਬ ਦੀ ਸਿਆਸੀ ਫਿਜ਼ਾ ਦੇ ਵਿੱਚ ਜੋ ਵੀ ਕੁਝ ਹੋਏਗਾ, ਲਗਾਤਾਰ ਅਗਲੇ ਪ੍ਰੋਗਰਾਮਾਂ ਦੇ ਵਿੱਚ ਵੀ ਉਸ ਦੇ ਉੱਤੇ ਗੱਲਬਾਤ ਕਰਦੇ ਰਵਾਂਗੇ। ਸੋ ਆਉਣ ਵਾਲੇ 2-3 ਦਿਨ ਪੰਜਾਬ ਦੀ ਸਿਆਸਤ ਲਈ ਬਹੁਤ ਵੱਡੇ ਭਖਵੇਂ ਦਿਨ ਹੋ ਸਕਦੇ ਨੇ, ਬਹੁਤ ਵੱਡਾ ਫੇਰਬਦਲ ਪੰਜਾਬ ਦੇ ਵਿੱਚ ਕੀਤਾ ਜਾ ਸਕਦਾ ਹੈ। ਸੋ ਡੱਲਾ ਸਾਹਿਬ, ਬਹੁਤ ਬਹੁਤ ਧੰਨਵਾਦ ਜੀ। ਬਹੁਤ ਧੰਨਵਾਦ ਗਗਨ, ਬਹੁਤ ਧੰਨਵਾਦ। ਕੈਪਟਨ ਵੱਲੋਂ ਪੋਸਟ ਮੈਟ੍ਰਿਕ ਸਕਾਲਰਸ਼ਿਪ ਸਕੀਮ ਦਾ ਘੋਟਾਲਾ ਕਰਨ ਕਾਰਨ ਅੱਜ ਪੰਜਾਬ ਦੇ ਦਲਿਤ ਬੱਚਿਆਂ ਦਾ ਫਿਊਚਰ ਅਤੇ ਉਹਨਾਂ ਦਾ ਕੈਰੀਅਰ ਧੁੰਦਲਾ ਹੋ ਰਿਹਾ ਹੈ। ਕੈਪਟਨ ਦੇ ਮੰਤਰੀ ਧਰਮਸੋਤ ਅਤੇ ਕੈਪਟਨ ਸਾਹਿਬ ਦੀ ਸਰਕਾਰ ਵੱਲੋਂ ਕੀਏ ਗਏ ਘੋਟਾਲੇ ਦੇ ਕਾਰਨ 2 ਲੱਖ ਬੱਚਿਆਂ ਦੇ ਰੋਲ ਨੰਬਰ ਰੁਕੇ ਹੋਏ ਹਨ। ਗਰੀਬ ਬੱਚਿਆਂ ਦੇ ਪੈਸੇ ਦਾ ਘੋਟਾਲਾ ਕਰਕੇ ਉਹਨਾਂ ਨੂੰ ਇਲਿਟਰੇਟ ਅਤੇ ਗਰੀਬ ਰੱਖਣ ਲਈ ਚਾਲਾਂ ਚੱਲੀਆਂ ਜਾ ਰਹੀਆਂ ਹਨ। ਦਲਿਤ ਬੱਚਿਆਂ ਦੇ ਕੌਜ਼ ਲਈ, ਉਹਨਾਂ ਦੇ ਫਿਊਚਰ ਲਈ ਪਿਛਲੇ 3 ਦਿਨਾਂ ਤੋਂ ਆਮ ਆਦਮੀ ਪਾਰਟੀ ਦੇ ਆਗੂ ਗਿਆਸਪੁਰਾ ਸਾਹਿਬ ਭੁੱਖ ਹੜਤਾਲ ਤੇ ਬੈਠੇ ਹਨ, ਪਰ ਸਰਕਾਰ ਦੇ ਕੰਨਾਂ ਤੇ ਹਜੇ ਤੱਕ ਜੂ ਨਹੀਂ ਸਰਕੀ। ਸਰਕਾਰ ਦੀ, ਕੈਪਟਨ ਸਰਕਾਰ ਦੀ ਇਨਸੈਂਸਿਟਿਵਿਟੀ ਦੇ ਖਿਲਾਫ ਅਤੇ ਦਲਿਤ ਬੱਚਿਆਂ ਦੇ ਕੌਜ਼ ਨੂੰ ਸਪੋਰਟ ਕਰਨ ਲਈ ਕੱਲ ਸਵੇਰੇ ਮੈਂ 11 ਵਜੇ ਲੁਧਿਆਣੇ ਧਰਨੇ ਵਿੱਚ ਆਪਣੀ ਹਾਜ਼ਰੀ ਲਗਾਉਣ ਲਈ ਅਤੇ ਗਿਆਸਪੁਰਾ ਸਾਹਿਬ ਨੂੰ ਸਪੋਰਟ ਕਰਨ ਲਈ ਜਾ ਰਿਹਾ ਹਾਂ। ਮੇਰੀ ਤੁਹਾਨੂੰ ਸਾਰਿਆਂ ਨੂੰ ਬੇਨਤੀ ਹੈ ਕਿ ਤੁਸੀਂ ਵੀ ਗਿਆਸਪੁਰਾ ਸਾਹਿਬ ਨੂੰ ਸਪੋਰਟ ਕਰਨ ਲਈ ਕੱਲ ਸਵੇਰੇ 11 ਵਜੇ ਲੁਧਿਆਣੇ ਧਰਨੇ ਸਥਲ ਤੇ ਪਹੁੰਚੋ। ਅੱਜ ਪੋਸਟ ਮੈਟ੍ਰਿਕ ਸਕਾਲਰਸ਼ਿਪ ਨੂੰ ਲੈ ਕੇ ਇੱਕ ਸੁਣਵਾਈ ਰੱਖੀ ਗਈ ਸੀ, ਜਿਹਦੇ ਵਿੱਚ ਚੀਫ ਸੈਕਟਰੀ ਨੇ ਇਹ ਕਿਹਾ ਸੀ ਕਿ ਉਹ ਥੋੜਾ ਬਿਜ਼ੀ ਹੈ ਔਰ ਉਹਨਾਂ ਨੇ ਆਪਣੇ ਜਿਹੜੇ ਪ੍ਰਿੰਸੀਪਲ ਸੈਕਟਰੀ ਔਰ ਆਫਿਸਰ ਅਧਿਕਾਰੀ ਭੇਜੇ ਸੀ। ਉਹਨਾਂ ਨਾਲ ਜੋ ਸੁਣਵਾਈ ਹੋਈ ਹੈ, ਬਹੁਤ ਸਾਰੀਆਂ ਚੀਜ਼ਾਂ ਦੇ ਉਹਨਾਂ ਤੋਂ ਜਿਨ੍ਹਾਂ ਤੋਂ ਜਵਾਬ ਮੰਗੇ ਗਏ ਸੀ ਜਾਂ ਉਹਨਾਂ ਦੇ ਉੱਤੇ ਇੰਪਲੀਮੈਂਟ ਕਰਨ ਦੇ ਕੀ ਤਰੀਕੇ ਰਹਿਣਗੇ, ਉਹ ਉਹਨਾਂ ਸਵਾਲਾਂ ਦੇ ਜਵਾਬ ਦੇਣ 'ਚ ਅਸਮਰਥ ਸੀਗੇ। ਔਰ ਇਸ ਕਰਕੇ ਅਸੀਂ ਦੁਬਾਰਾ ਇਹ ਕਿਹਾ ਕਿ ਵੀ ਅਸੀਂ ਚੀਫ ਸੈਕਟਰੀ ਸਾਹਿਬ ਨੂੰ ਐਗਜ਼ੈਂਪਟ ਕਰ ਸਕਦੇ ਸੀ ਅਗਰ ਤੁਸੀਂ ਉਹਦੀ ਜ਼ਿੰਮੇਵਾਰੀ ਲੈਂਦੇ, ਪਰ ਅੱਜ ਤੁਸੀਂ ਉਹਨਾਂ ਦੀ ਉਸ ਰਿਸਪੌਂਸਿਬਿਲਟੀ ਨੂੰ ਨਿਭਾਉਣ ਦੇ ਲਈ ਆਪਣੇ ਆਪ ਨੂੰ ਸક્ષਮ ਨਹੀਂ ਮੰਨਦੇ। ਔਰ ਇਸ ਕਰਕੇ ਅਸੀਂ ਅਗਲੀ ਸੁਣਵਾਈ ਦੇ ਵਿੱਚ ਚੀਫ ਸੈਕਟਰੀ ਨੂੰ ਬੁਲਾਇਆ ਔਰ ਹੁਣ ਅਗਲੀ ਤਾਰੀਖ ਜਿਹੜੀ ਅਸੀਂ 29 ਤਰੀਕ ਜਿਹੜੀ 29 ਜੂਨ ਤੈਅ ਕੀਤੀ ਗਈ ਹੈ, ਕਿਉਂਕਿ ਇਹ 2 ਕੇਸ ਸੀਗੇ, ਦੋਨਾਂ ਨੂੰ ਹੁਣ ਅਸੀਂ ਕਲੱਬ ਵੀ ਕਰ ਦਿੱਤਾ, ਇੱਕੋ ਇਕੱਠਾ ਹੀ ਕਰਤਾ। ਇੱਕ ਜਿਹੜਾ ਕਾਲਜਾਂ ਦੇ ਵਿੱਚ ਬੱਚਿਆਂ ਦੇ ਪ੍ਰਤੀ ਜਿਹੜਾ ਉਹਨਾਂ ਨੇ ਬਿਆਨ ਦਿੱਤੇ ਸੀ ਉਹਦੇ ਪ੍ਰਤੀ, ਔਰ ਦੂਸਰਾ ਜਿਹੜੀਆਂ ਸਾਡੇ ਕੋਲ ਸ਼ਿਕਾਇਤਾਂ ਜਿਹੜੀਆਂ ਘੁਟਾਲੇ ਦੀਆਂ ਆ ਰਹੀਆਂ ਸੀ ਉਹਦੇ ਪ੍ਰਤੀ, ਦੋਨਾਂ ਦੇ ਉੱਤੇ ਜਿਹੜੇ ਸੀ ਉਹਨਾਂ ਨੂੰ ਅਸੀਂ ਸਵਾਲ ਜਿਹੜੇ ਦੇਣ 'ਚ ਜਿਹੜੇ ਪੂਰੀ ਤਰ੍ਹਾਂ ਸਾਨੂੰ ਕਹਿੰਦੇ ਕਿ ਕਮਿਸ਼ਨ ਨੂੰ ਉਹਨਾਂ ਨੇ ਸੰਤੁਸ਼ਟ ਨਹੀਂ ਕੀਤਾ ਔਰ ਜਿਹਦੇ 'ਚ ਉਹ ਬਹੁਤ ਸਾਰੇ ਜਵਾਬ ਦੇਣ 'ਚ ਅਸਮਰਥ ਵੀ ਸੀਗੇ। ਔਰ ਇਸ ਕਰਕੇ ਅਸੀਂ ਉਹਨਾਂ ਨੂੰ ਇਹ ਕਿਹਾ ਕਿ ਅਗਲੀ ਸੁਣਵਾਈ 'ਤੇ ਤੁਸੀਂ ਚੀਫ ਸੈਕਟਰੀ ਨੂੰ ਦੁਬਾਰਾ ਇੱਥੇ ਭੇਜੋ ਔਰ 29 ਤਰੀਕ ਨੂੰ ਅਸੀਂ ਉਹਨਾਂ ਨੂੰ ਫਿਰ ਦੁਬਾਰਾ ਟਾਈਮ ਦਿੱਤਾ ਹੈ।